हालेलुया। मैं प्रॉफिट अवतार सिंह रैकोट मिनिस्ट्री वाली जिथे तक मेरी आवाज जाती है सारे मेरी जय मसीह। परमेश्वर सब नूं आशीष देवे, बरकत देवे। आओ आप हथां नूं चकांगे, परमेश्वर का धन्नवाद करांगे, यहोवा दा अनुग्रह। परमेश्वर प्रभु मैं तेरा दास ते दासी मिल के प्रार्थना करते हैं पिता परमेश्वर जिन्हें इस वीडियो नूं देख रहे हो अज तेरी दया वाला, तेरी कृपा वाला अज सब दे उत्ते हो। आमीन। अज तेरे बेटे तेरे बेटियां बचाए जाण, आमीन। अनुग्रह परमेश्वर अज इस आराधना के द्वारा, इस वचन के द्वारा ਅੱਜ ਜਿੰਨੇ ਇਸ ਵੀਡੀਓ ਨੂੰ ਦੇਖ ਰਹੇ ਆ ਪ੍ਰਭੂ ਤੇਰੀ ਦਇਆ ਕਿਰਪਾ ਸਭ ਦੇ ਉੱਤੇ ਆਮੀਨ। ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਹੋ ਪਿਤਾ ਪਰਮੇਸ਼ਵਰ। ਮੈਂ ਦਿਲ ਤੋਂ ਪ੍ਰਾਰਥਨਾ ਕਰਦਾ ਪ੍ਰਭੂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ, ਕੋਈ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਿਹਾ, ਕੋਈ ਇੰਡੀਆ 'ਚ ਦੇਖ ਰਿਹਾ, ਅਨੁਗ੍ਰਹਿ ਪਰਮੇਸ਼ਵਰ ਤੁਸੀਂ ਕਿਹਾ ਆਪਦੇ ਬੈਰੀਆਂ ਵਾਸਤੇ, ਆਪਣੇ ਦੁਸ਼ਮਣਾਂ ਵਾਸਤੇ ਵੀ ਪ੍ਰਾਰਥਨਾ ਕਰੋ ਪਿਤਾ ਪਰਮੇਸ਼ਵਰ। ਅਸੀਂ ਦਿਲ ਤੋਂ सब वर्ल्ड वास्ते प्रार्थना करते हैं, आपदे नाल दे मुल्क देशां विदेशां वास्ते प्रार्थना करते हैं। जिन्ने हॉस्पिटलां दे विच किन्ने कोरोना दे पेशेंट ने प्रभु अज तेरे नाम च चंगे हो जाण, आमीन। जिन्ने कोर्ट कचहरी दे केस दे विच ने, किसी ने थाने दे केस दे विच प्रभु ओह अज आजाद हो जाण, आमीन। अज ओह केस तो आजाद हो जाण, आमीन। कोर्ट कचहरी दे केस तो आजाद हो जाण, ओह थाने वाले केस तो आजाद हो जाण, आमीन। अनुग्रह परमेश्वर तुसीं कहा जिन्ने ਤੁਹਾਡੇ ਕੰਨੀ जाल फसाउणगे आपदे जाल विच आप ही फस जाणगे, आमीन। अनुग्रह परमेश्वर अज तेरी दया तेरी कृपा होवे प्रभु। ਅਸੀਂ प्रार्थना करदे हां जिन्ना ते भी प्रभु जीवन दे विच शैतान ने कब्जा कीता होया प्रभु अज ओह शैतान दा कब्जा इन्हां दे दिलां तो खत्म हो जाए, आमीन। पिता परमेश्वर अज तेरे मसीह लोक ने जिहड़े प्रभु मसीहत विच आ जाण, आमीन। प्रभु यीशु जी तू कदे भी आपदे बेटे बेटियां दा सिर शर्मिंदा नहीं होण देवेगा। तेरी दया तेरी कृपा प्रभु अज सब दे उत्ते होवे। ਅਸੀਂ रिसीव करदे हां कि हो चुकी है यीशु दे नाम, आमीन आमीन आमीन। अब आप आराधना के विच आउंदे हां, परमेश्वर का धन्नवाद करांगे, बेटी अमनदीप दे नाल प्रार्थना करांगे। हालेलुया हालेलुया। सब नु जय मसीह दी जय। ऐसा रुदा मसा दे खुदा मैं हमेशा दी जिंदगी च बणिया रहा। करूं
ਦਾ ਮਸਾ ਐਸਾ ਜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਕੀ ਕਰਿਆ ਰਮਾ ਨੇ ਬਣਿਆ ਰਮਾ। ਯਿਸੂ ਮਸੀਹ ਦੇ ਵਿੱਚ ਜੇ ਬਣੇ ਰਹਿਣਾ ਮਤਲਬ ਆਪਾਂ ਨੂੰ ਸੰਗਤੀ ਕਰਨੀ ਪੈਂਦੀ ਹੈ, ਪ੍ਰਾਰਥਨਾ ਕਰਨੀ ਪੈਂਦੀ ਹੈ, ਪਰਮੇਸ਼ਵਰ ਦੇ ਨਾਲ ਲਿੰਕ ਬਣਾ ਕੇ ਰੱਖਣਾ ਪੈਂਦਾ ਵਾ, ਫਿਰ ਪਰਮੇਸ਼ਵਰ ਦੇ ਨਾਲ ਆਪਾਂ ਬਣੇ ਰਹਿੰਦੇ। ਆਮੀਨ ਆਮੀਨ ਆਮੀਨ। ਐਦਾਂ ਹੀ ਬਣਿਆ ਜਾਣਾ ਕਿ ਚੱਲ ਕੋਈ ਨਹੀਂ ਤੁਹਾਡੇ ਕਰਦੇ 2 ਮਿੰਟ ਯਿਸੂ ਮਸੀਹ ਦਾ ਨਾਮ ਲੈ ਲਿਆ। ਯਿਸੂ ਮਸੀਹ ਨੂੰ ਪਤਾ ਹੀ ਆ ਕਿ ਆਪਾਂ ਆਪਣੇ ਬੀਜੀ ਆ, ਆਪਣੇ ਕੰਮ ਲੈਂਦੇ ਆ, ਕੋਈ ਗੱਲ ਨਹੀਂ। ਉਹ ਕਹਿੰਦਾ ਇਹ ਕੰਮ ਵੀ ਤੇਰੇ ਤਾਂ ਪੂਰੇ ਹੋਣਗੇ ਜੇ ਮੇਰੇ ਨਾਲ ਬਣਿਆ ਰਹੇਗਾ, ਮੇਰੇ ਨਾਲ ਜੁੜਿਆ ਰਹੇਗਾ। ਆਮੀਨ ਆਮੀਨ। ਇਹ ਕੰਮ ਵੀ ਪੂਰੇ ਤਾਂ ਹੋਣੇ ਆ, ਪਰਮੇਸ਼ਵਰ ਕਹਿੰਦਾ ਜੇ ਮੇਰੇ ਵਿੱਚ ਬਣਿਆ ਰਹੇਗਾ। ਆਓ ਆਪਾਂ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦੇ ਵਿੱਚ ਇਸ ਆਰਾਧਨਾ ਦੇ ਵਿੱਚ ਆਵਾਂਗੇ, ਇਸ ਧਰਮ ਦੇ ਨਾਲ ਲਾਵਾਂਗੇ ਆਪਾਂ ਕੋਰਸ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦਾ ਬਲ ਬੜਾ ਉੱਚਾ ਹੈ, ਜਿਨ੍ਹਾਂ ਦੇ ਬਲ ਹੈ ਯਹੋਵਾ। ਉਹਨਾਂ ਦਾ ਬਲ ਬੜਾ ਉੱਚਾ ਹੈ, ਜਿਨ੍ਹਾਂ ਦੇ ਬਲ ਹੈ ਯਹੋਵਾ। ਉਹਨਾਂ ਤੂਫਾਨ ਹਜ਼ਾਰਾਂ ਭਾਵੇਂ ਉਹ ਕਦੀ ਨਾ ਹਿੱਲਦੇ। ਉਹਨਾਂ ਤੂਫਾਨ ਹਜ਼ਾਰਾਂ ਭਾਵੇਂ ਉਹ ਕਦੀ ਨਾ ਹਿੱਲਦੇ। ਉਹਨਾਂ ਦਾ ਬਲ ਬੜਾ ਉੱਚਾ ਹੈ, ਜਿਨ੍ਹਾਂ ਦੇ ਬਲ ਹੈ ਯਹੋਵਾ। ਉਹਨਾਂ ਦਾ ਬਲ ਬੜਾ ਉੱਚਾ ਹੈ,
ਹਾਲੇਲੂਇਆ ਜਿਨ੍ਹਾਂ ਦੇ ਬਲ ਯਹੋਵਾ ਉਹਨਾਂ ਦਾ ਬਾਲ ਨਹੀਂ ਵਿੰਗਾ ਹੁੰਦਾ। ਆਮੇਨ ਆਪਣੇ ਦਿਮਾਗ ਨੂੰ ਖੋਲੋ। ਹਾਲੇਲੂਇਆ ਹਾਲੇਲੂਇਆ ਜਿਨ੍ਹਾਂ ਦੇ ਵੱਲ ਯਿਸੂ ਮਸੀਹ ਆ ਉਹਨਾਂ ਦਾ ਬਾਲ ਵਿੰਗਾ ਨਹੀਂ ਹੁੰਦਾ। ਆਮੇਨ ਜਿਵੇਂ ਮੂਸਾ ਦੇ ਨਾਲ ਯਹੋਵਾ ਰਹਿੰਦਾ ਸੀਗਾ ਉਹਦਾ ਬਾਲ ਨਹੀਂ ਵਿੰਗਾ ਹੋਇਆ। ਆਮੇਨ ਲੋਕ ਵਿਸ਼ਵਾਸ ਨਹੀਂ ਕਰਦੇ ਸੀਗੇ, ਉਹਨੇ ਜਾ ਕੇ ਉੱਤੇ ਚੰਨ ਤੇ ਚਮਤਕਾਰ ਦਿਖਾਏ, ਡਾਂਗ ਨੂੰ ਸੱਪ ਬਣਾਤਾ। ਆਮੇਨ ਕੋੜਿਆਂ ਦੀ ਬਾਹ ਨੂੰ ਪਹਿਲਾਂ ਕਰਤਾ ਫਿਰ ਸਾਫ਼ ਕਰਤਾ। ਆਮੇਨ ਇਹ ਕੀ ਸੀਗਾ? ਇੱਕ ਉਹਦੇ ਨਾਲ ਯਹੋਵਾ ਸੀਗਾ, ਮੂਸਾ ਦੇ ਸੰਗ ਯਹੋਵਾ ਰਹਿੰਦਾ ਸੀਗਾ ਨਾਲ। ਆਮੇਨ ਹਾਲੇਲੂਇਆ ਹਾਲੇਲੂਇਆ ਉਸ ਲੋਕ ਡਰ ਜਾਂਦੇ ਆ, ਘਬਰਾ ਜਾਂਦੇ ਆ ਕਿਸੇ ਥੋੜੀ ਬੋੜੀ ਸਮੱਸਿਆ ਨੂੰ ਲੈ ਕੇ। ਕਹੋ ਕਿ ਸਮੱਸਿਆ ਤੂੰ ਮੇਰੀ ਜੁੱਤੀ ਥੱਲੇ ਆ, ਮੇਰਾ ਯਿਸੂ ਮਸੀਹ ਵੱਡਾ ਵਾ। ਆਮੇਨ ਹਾਲੇਲੂਇਆ ਹਾਲੇਲੂਇਆ ਆਪਣੀ ਸਮੱਸਿਆ ਨੂੰ ਕਹੋ, ਆਪਣੀ ਟੈਨਸ਼ਨ ਨੂੰ ਕਹੋ, ਆਪਦੇ ਕੋਰਟ ਕਚਹਿਰੀ ਦੇ ਕੇਸ ਨੂੰ ਕਹੋ ਤੂੰ ਛੋਟਾ ਮਾਂ, ਮੇਰਾ ਯਿਸੂ ਮਸੀਹ ਵੱਡਾ ਵਾ। ਆਮੇਨ ਇਸ ਅਫਸਰਾਂ ਦਾ ਅਫਸਰਾ ਹੋ। ਆਮੇਨ ਇਸ ਜੱਜਾਂ ਦਾ ਜੱਜਾ ਹੋ। ਆਮੇਨ ਜਿਨ੍ਹਾਂ ਦੇ ਵੱਲ ਯਿਸੂ ਮਸੀਹ ਆ ਉਹਨਾਂ ਦਾ ਬਾਲ ਨਹੀਂ ਵਿੰਗਾ। ਆਮੇਨ ਇਹੀ ਗੱਲ ਯਿਸੂ ਮਸੀਹ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਆਮੇਨ ਜਿਵੇਂ ਮੂਸਾ ਕਹਿੰਦਾ ਸੀਗਾ ਕਿ ਮੇਰੇ ਕੰਨੀ ਯਿਸੂ ਮਸੀਹ ਆ, ਨੂੰ ਘਮੰਡ ਸੀ, ਮਾਣ ਸੀ, ਪਰ ਫਿਰ ਵੀ ਥੋੜਾ ਜਿਹਾ ਡਰ ਗਿਆ ਸੀਗਾ। ਪਰਮੇਸ਼ਵਰ ਨੇ ਉਹਨੂੰ ਕਿਹਾ, ਕਹਿੰਦਾ ਮੂਸਾ ਜਦੋਂ ਮੈਂ ਤੇਰੇ ਨਾਲ ਆ ਤੂੰ ਕਾਹਤੇ ਡਰੀ ਜਾਣਾ, ਕਾਹਤੇ ਘਬਰਾਈ ਜਾਣਾ? ਕਹਿੰਦਾ ਚੱਕ ਸਮੁੰਦਰ ਨੂੰ ਦੇਖ ਕੇ ਡਰ ਗਿਆ ਤੂੰ ਕਿ ਪਿੱਛੇ ਫੌਜਾਂ ਆ ਗਈਆਂ ਸਾਨੂੰ ਮਾਰ ਨਾ ਦੇਣ, ਇਹ ਨਾ ਕਰ ਦੇਣ। ਕਹਿੰਦਾ ਆਪਦਾ ਡਾਂਗਾ ਕਰ ਉਧਰ ਨੂੰ, ਲਾਲ ਸਮੁੰਦਰ ਦੇ ਤੋਂ ਫਾੜ ਕਰਤੇ ਸੀ ਪਰਮੇਸ਼ਵਰ। ਆਮੇਨ ਕਿਉਂਕਿ ਜਿਨ੍ਹਾਂ ਦੇ ਵੱਲ ਯਿਸੂ ਮਸੀਹ ਆ ਉਹਨਾਂ ਦੇ ਕਦੇ ਰਾਹ ਬੰਦ ਨਹੀਂ ਹੋ ਸਕਦੇ। ਆਮੇਨ ਕਦੇ ਉਹਨਾਂ ਦੇ ਬਿਜ਼ਨਸ ਬੰਦ ਨਹੀਂ ਹੋ ਸਕਦੇ। ਆਮੇਨ ਕਦੇ ਵੀ ਪਰਮੇਸ਼ਵਰ ਆਪਦੇ ਕੰਮਾਂ ਨੂੰ ਨਹੀਂ ਬੰਦ ਕਰ ਸਕਦਾ। ਆਮੇਨ ਪਰਮੇਸ਼ਵਰ ਦੇ ਕੰਮ ਕੋਈ ਬੰਦ ਨਹੀਂ ਕਰ ਆਮੇਨ। ਸਕਦਾ। ਪਰਮੇਸ਼ਵਰ ਦੌਦ ਸੀਗਾ ਇੱਕ, ਉਹ ਨਿੱਕਾ ਜਿਹਾ ਸੀਗਾ, ਗੋਲੀਅਲ ਕਿੱਡਾ ਵੱਡਾ ਸੀਗਾ। ਪਰਮੇਸ਼ਵਰ ਦੀ ਸਾਮਰਥ ਸੀ ਦੌਦ ਦੇ ਵਿੱਚ, ਆਮੇਨ ਸ਼ਕਤੀ ਸੀਗੀ ਉਹਦੇ ਵਿੱਚ। ਆਮੇਨ। ਗੋਲੀਅਲ ਕੋਲੇ ਕੀ ਸੀ? ਵੱਡਾ ਸਾਰਾ ਬਾਦਸ਼ਾਹ, ਕੱਦ ਦਾ ਐਡਾ ਵੱਡਾ ਦਿਖਾਵਾ ਸੀਗਾ, ਦਿਖਾਵਾ ਸੀਗਾ ਐਡਾ ਵੱਡਾ। ਉਹਨਾਂ ਨੇ ਕਾਇ ਮਾਰਿਆ, ਉਹਦੇ ਡੈਂਟਾ ਰੂੜੀ ਉਹਨੂੰ ਪੈਰਾਂ ਥੱਲੇ ਸੱਟ ਲਿਆ। ਆਮੇਨ ਇਸੇ ਤਰ੍ਹਾਂ ਸ਼ੈਤਾਨ ਹਾਰ ਚੁੱਕਿਆ। ਆਮੇਨ। ਲੂਸੀਫਰ ਹਾਰ ਚੁੱਕਿਆ। ਆਮੇਨ। ਉਹਦੀ ਔਕਾਤ ਖਤਮ ਹੋ ਚੁੱਕੀ। ਆਮੇਨ। ਕੁਛ ਨਹੀਂ ਕਰ ਸਕਦਾ ਉਹ। ਆਮੇਨ। ਜਿਹੜਾ ਯਿਸੂ ਮਸੀਹ ਵੱਡਾ ਵਾ, ਉਹਨੇ ਸ਼ੈਤਾਨ ਨੂੰ ਹਰਾ ਦਿੱਤਾ। ਆਮੇਨ। ਆਮੀਨ ਆਮੇਨ। ਆਪਾਂ ਅੱਜ ਬਚਨ ਪੜਾਂਗੇ, ਬਚਨ ਤੋਂ ਪਹਿਲਾਂ ਇੱਕ ਆਰਾਧਨਾ ਕਰਾਂਗੇ ਹੋਰ, ਤੇ ਫਿਰ ਪਰਮੇਸ਼ਵਰ ਦੇ ਬਚਨ ਦੇ ਵਿੱਚ ਆਵਾਂਗੇ ਆਪਾਂ। ਹਾਲੇਲੂਇਆ 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 ਬਾਬਾ ਸਲਾਮ ਕਿ ਤੇਰੇ ਜਲਾਲ ਵਿੱਚ ਵਰਤਾ ਜਨਾ ਉੱਚਾ ਮਨ ਤੇ ਹਾਲੇਲੂਇਆ ਹਾਲੇਲੂਇਆ ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾ ਤੇਰਾ ਕਰਦਾ ਜਾਵਾਂ, ਤੇਰੇ ਜਲਾਲ ਵਿੱਚ ਵਧਦਾ ਜਾਵਾਂ, ਉੱਚਾ ਨਾ ਤੇਰਾ ਕਰਦਾ ਜਾਵਾਂ। ਹਾਲੇਲੂਇਆ 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 ਹਾਲੇਲੂਇਆ
ਵਿੱਚ ਵੱਧਦਾ ਜਾਵਾਂ ਪ੍ਰਭੂ ਯਿਸੂ ਦੇ ਪ੍ਰਭੂ ਯਿਸੂ ਮਸੀਹ ਦੇ ਜਲਾਲ ਦੇ ਵਿੱਚ ਵੱਧਦਾ ਜਾਵਾਂ। ਜਦੋਂ ਆਪਾਂ ਆਰਾਧਨਾ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੁੜਦੇ ਆਂ, ਪ੍ਰਾਰਥਨਾ ਕਰਦੇ ਆਂ, ਬਾਈਬਲ ਪੜ੍ਹਦੇ ਆਂ ਤਾਂ ਉਹਦਾ ਜਲਾਲ ਮਿਲਦਾ ਵਾ। ਆਮੀਨ ਆਮੀਨ ਆਮੀਨ। ਫਿਰ ਆਪਾਂ ਪਰਮੇਸ਼ਵਰ ਨਾਲ ਯਹੋਵਾ ਨਾਲ ਜੁੜਦੇ ਆਂ। ਆਮੀਨ। ਜਦੋਂ ਆਪਾਂ ਡੀਜੇ ਮੂਹਰੇ ਨੱਚਦੇ ਆਂ, ਵਿਆਹਾਂ 'ਚ ਨੱਚਦੇ ਆਂ, WhatsApp ਤੇ ਗੰਦ ਮਾਰ ਦੇਖਦੇ ਆਂ ਜਾਂ ਹੋਰ ਕੁਝ ਦੇਖਦੇ ਆਂ, ਫਿਰ ਲੂਸੀਫਰ ਨਾਲ ਜੁੜਦੇ ਆਂ। ਆਪਾਂ ਕਿਹਦੇ ਨਾਲ ਜੁੜਨਾ ਵਾ? ਪ੍ਰਭੂ ਯਿਸੂ ਨਾਲ। ਜਿਉਂਦੇ ਪਰਮੇਸ਼ਵਰ ਦੇ ਨਾਲ, ਯਿਸੂ ਨਾਸਰੀ ਦੇ ਨਾਲ। ਹੜ ਆ ਗਿਆ ਉਹਦਾ, ਆਮੀਨ। ਸਮਾਂ ਆ ਗਿਆ ਉਹਦਾ ਦਾ। ਆਮੀਨ ਹਰ ਇੱਕ ਜਾਤੀ ਉਹਦੇ ਅੱਗੇ ਘੁਟਨਾ ਟੇਕੂ। ਆਮੀਨ। ਕਿਉਂਕਿ ਉਹਦਾ ਜੋ ਬਾਈਬਲ ਦੇ ਵਿੱਚ ਲਿਖਿਆ ਹੋਇਆ ਹਰ ਇੱਕ ਅੱਖਰ, ਹਰ ਇੱਕ ਬਿੰਦੀ ਪੂਰੀ ਹੋ ਕੇ ਰਹੂ। ਆਮੀਨ। ਪੂਰੀ ਹੋ ਕੇ ਰਹੂਗੀ। ਆਮੀਨ। ਯਿਸੂ ਦੇ ਨਾਮ ਦੇ ਵਿੱਚ। ਆਮੀਨ ਆਮੀਨ ਆਮੀਨ। ਆਪ ਆਪਾਂ ਬਚਨ ਦੇ ਵਿੱਚ ਆਵਾਂਗੇ। ਇਸ ਬਚਨ ਵਾਸਤੇ ਪ੍ਰਾਰਥਨਾ ਕਰਾਂਗੇ ਆਪਾਂ ਇੱਕ ਪਰਮੇਸ਼ਵਰ ਦੀ ਦਾਸੀ ਨਾਲ, ਸਰਬਜੀਤ ਦੇ ਨਾਲ। ਹਾਲੇਲੂਇਆ ਹਾਲੇਲੂਇਆ। ਸਾਰੇ ਭੈਣ ਭਰਾ ਮੰਨਦੇ ਹਾਂ ਜੈ ਸਾਰੇ ਜਾਣੇ ਆਪੋ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਵਾਂਗੇ। ਹਾਲੇਲੂਇਆ 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 ਹਾਲੇਲੂਇਆ। ਅਨੁਗ੍ਰਹਕਾਰੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ, ਮੈਂ ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਦੀ ਹਾਂ ਪਿਤਾ। ਤੂੰ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ, ਜਿੰਦਾ ਰੱਖਿਆ, ਸਹੀ ਸਲਾਮਤ ਰੱਖਿਆ ਪ੍ਰਭੂ ਯਿਸੂ। ਤੂੰ ਸਾਡੀ ਗੀਤ ਭਜਨਾਂ ਵਿੱਚ ਮਦਦ ਕੀਤੀ, ਸਾਰੀ ਆਰਾਧਨਾ ਨੂੰ ਸਵਰਗ ਦੇ ਵਿੱਚ ਕਬੂਲ ਕੀਤਾ ਪਿਤਾ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ। ਤੇਰਾ ਵਾਅਦਾ ਜਿੱਤੇ ਇੱਕ ਜਾਂ ਦੋ ਜਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉਹਨਾਂ ਵਿੱਚ ਮੈਂ ਹਾਜ਼ਰ ਹਾਂ। ਤੂੰ ਚੱਲਦਾ ਫਿਰਦਾ ਨਜ਼ਰ ਆ। ਪਿਤਾ ਪੁੱਤਰ ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਥੈਂਕ ਯੂ ਕਰਦੀ ਹਾਂ, ਗਲੋਰੀ ਫਾਦਰ। ਪ੍ਰਭੂ ਇਸ ਰੂਮ ਦੇ ਚਾਰੋਂ ਤਰਫ ਮੈਂ ਤੇਰੇ ਸਵਰਗੀ ਦੂਤਾਂ ਦਾ ਬਾੜਾ ਮੰਗਦੀ ਪਿਤਾ ਪਰਮੇਸ਼ਰ। ਸੱਚਮੁੱਚ ਤੂੰ ਸਵਰਗੀ ਦੂਤਾਂ ਦਾ ਬਾੜਾ ਬੰਨ੍ਹ ਦਿੱਤਾ, ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ। ਦੁਸ਼ਟ ਦੀ ਚਲਾਕੀ ਤੇ ਕੋਈ ਵੀ ਕਾਰਿਆ ਨਾ ਕਰ ਸਕੇ ਖੁਦਾ, ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ। ਇਸ ਰੂਮ ਦੇ ਉੱਤੇ ਤੇਰੀ ਲਾਈਟ, ਤੇਰੀ ਰੋਸ਼ਨੀ, ਤੇਰਾ ਤੇਜ ਆ ਉਤਰਿਆ, ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਯਿਸੂ। ਤੂੰ ਸਾਡੇ ਵਿਚਕਾਰ ਮੌਜੂਦ ਆ, ਮੈਂ ਤੇਰਾ ਸ਼ੁਕਰ, ਤੇਰਾ ਧੰਨਵਾਦ ਕਰਦੀ ਹਾਂ ਪਿਤਾ ਪਰਮੇਸ਼ਰ। ਤੂੰ ਮਹਾਨ, ਤੂੰ ਸਰਬ ਸ਼ਕਤੀਮਾਨ, ਜਿੰਦਾ ਮਸੀਹ, ਤੇਰੇ ਤੋਂ ਵੱਧ ਕੇ ਹੋਰ ਕੋਈ ਨਹੀਂ ਪਿਤਾ ਪਰਮੇਸ਼ਰ। ਹੁਣ ਅਸੀਂ ਤੇਰਾ ਪਵਿੱਤਰ ਵਚਨ ਖੋਲਣ ਜਾ ਰਹੇ ਹਾਂ। ਤੂੰ ਸਾਡੇ ਹਿਰਦੇ ਰੂਪੀ ਭੂਮੀ ਨੂੰ ਤਿਆਰ ਕਰ, ਤੇਰਾ ਵਚਨ ਬੀਜ ਰੂਪੀ ਡਿੱਗੇ 100 ਗੁਣਾ ਫਲ ਲਾ ਸਕੇ ਯਿਸੂ ਰਾਜਾ, ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ। ਸੱਚਮੁੱਚ ਤੇਰੇ ਕਲਾਮ ਵਿੱਚ ਲਿਖਿਆ, ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ ਪ੍ਰਭੂ। ਅੱਜ ਦਾ ਵਤਨ ਪਿਤਾ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵੱਡਾ ਚਮਤਕਾਰ ਕਰੇ ਪ੍ਰਭੂ ਯਿਸੂ। ਸੱਚਮੁੱਚ ਤੂੰ ਚਮਤਕਾਰੀ ਪਰਮੇਸ਼ਰ ਆ, ਤੂੰ ਵਫਾਦਾਰ ਪਰਮੇਸ਼ਰ ਆ, ਤੂੰ ਨਿਆਂਈ ਪਰਮੇਸ਼ਰ ਆ, ਜਿੰਦਾ ਖੁਦਾ ਪ੍ਰਭੂ ਯਿਸੂ। ਸੱਚਮੁੱਚ ਤੂੰ ਆਪਣੇ ਬੱਚਿਆਂ ਨੂੰ ਕਦੇ ਵੀ ਸ਼ਰਮਿੰਦੇ ਨਹੀਂ ਹੋਣ ਦਿੰਦਾ, ਜਿੰਦਾ ਖੁਦਾ ਪ੍ਰਭੂ ਯਿਸੂ। ਇਹ ਅੱਜ ਦਾ ਵਚਨ ਪਿਤਾ ਪਰਮੇਸ਼ਰ ਅੱਜ ਰਾਤ ਹੀ ਸਾਡੀ ਜ਼ਿੰਦਗੀਆਂ ਦੇ ਵਿੱਚ ਚਮਤਕਾਰ ਕਰੇ। ਤੇਰੀ ਦਇਆ, ਤੇਰੀ ਕਿਰਪਾ ਹਮੇਸ਼ਾ ਤੇਰੇ ਬੱਚਿਆਂ ਤੇ ਬਣੀ ਰਵੇ ਯਿਸੂ ਰਾਜਾ ਪ੍ਰਭੂ। ਜਿੰਨੇ ਤੇਰੇ ਬੱਚੇ ਤੇਰੇ ਕਲਾਮ ਨੂੰ ਸੁਣਨਾ ਹੈ ਪਿਤਾ ਪਰਮੇਸ਼ਰ, ਇਹ ਸੁਣ ਕੇ ਅੱਗੇ ਸਿਖਾਉਣ ਵਾਲੇ ਬਣ ਜਿੰਦਾ ਪਿਤਾ ਪਰਮੇਸ਼ਰ। ਹਰ ਇੱਕ ਦੀਆਂ ਲੋੜਾਂ ਨੂੰ ਸਵਰਗ ਦੇ ਵਿੱਚੋਂ ਪੂਰੀਆਂ ਕਰਨਾ, ਪਰੇਸ਼ਾਨੀਆਂ ਦੂਰ ਕਰਨਾ, ਜਿੰਦਾ ਖੁਦਾ ਪ੍ਰਭੂ ਯਿਸੂ। ਸੱਚਮੁੱਚ ਤੇਰੇ ਕਲਾਮ ਵਿੱਚ ਲਿਖਿਆ ਹੋਇਆ ਵਾ, ਇਹ ਪਹਾੜੀਆਂ ਟਲ ਜਾਣਗੇ ਪਰ ਮੇਰੇ ਮੂੰਹ ਚੋਂ ਵਚਨ ਨਿਕਲੇ ਕਦੇ ਵੀ ਨਹੀਂ ਟਲਣਗੇ, ਜਿੰਦਾ ਖੁਦਾ। ਸੱਚਮੁੱਚ ਚਿੰਨ੍ਹ ਔਰ ਚਮਤਕਾਰ ਪੂਰੇ ਹੋਣ ਜਾ ਰਹੇ ਆ ਪਿਤਾ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਯਿਸੂ। ਹੁਣ ਅਸੀਂ ਸੱਚਮੁੱਚ ਤੇਰੇ ਪਵਿੱਤਰ ਵਚਨ ਨੂੰ ਖੋਲਣ ਜਾ ਰਹੇ ਹਾਂ ਪ੍ਰਭੂ ਯਿਸੂ। ਜੋ ਵੀ ਤੇਰੇ ਦਾਸ ਸਾਡੇ ਲਈ ਅਭਿਸ਼ੇਕ ਵਚਨ ਲੈ ਕੇ ਆਇਆ ਪ੍ਰਭੂ ਯਿਸੂ, ਤੂੰ ਜਾਣਦਾ ਜਿੰਦਾ ਖੁਦਾ ਪ੍ਰਭੂ ਯਿਸੂ। ਮੈਂ ਤੇਰੇ ਦਾਸ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੇਰੇ ਪਵਿੱਤਰ ਲਹੂ ਦੇ ਦੁਆਰਾ ਕਵਰ ਕਰ ਦਿੰਦੀ ਹਾਂ, ਜਿੰਦਾ ਖੁਦਾ ਪ੍ਰਭੂ ਯਿਸੂ। ਤੇਰਾ ਦਾਸ ਨਾ ਬੋਲੇ, ਤੇਰਾ ਪਵਿੱਤਰ ਆਤਮਾ ਬੋਲੇ, ਜਿੰਦਾ ਖੁਦਾ ਪ੍ਰਭੂ। ਮੈਂ ਅੱਡ ਵੱਡ ਲਈ ਸੁੱਖ ਸ਼ਾਂਤੀ ਮੰਗਦੀ ਹਾਂ, ਦੁਨੀਆ ਦੇ ਕੋਨੇ ਕੋਨੇ ਲਈ ਸੁੱਖ ਸ਼ਾਂਤੀ ਮੰਗਦੀ ਹਾਂ ਯਿਸੂ ਰਾਜਾ ਪ੍ਰਭੂ ਯਿਸੂ। ਬਾਕੀ ਦਾ ਰਹਿੰਦਾ ਸਮਾਂ ਮੈਂ ਤੇਰੇ ਪਵਿੱਤਰ ਹੱਥਾਂ ਵਿੱਚ ਸੌਂਪਦੀ ਹਾਂ। ਤੇਰੀ ਦਇਆ, ਤੇਰੀ ਕਿਰਪਾ ਸਭ ਦੇ ਉੱਤੇ ਹੋ ਚੁੱਕੀ ਆ ਪ੍ਰਭੂ। ਯਿਸੂ ਮਸੀਹ ਦੇ ਮਿੱਠੇ ਤੇ ਸਾਮਰਥੀ ਜਿੰਦਾ ਨਾਚ ਮੰਗਦੇ ਹਾਂ ਆਮੀਨ। ਇੱਕ ਪ੍ਰਾਰਥਨਾ ਹੋਰ ਕਰਾਂਗੇ ਆਪਾਂ ਬੇਟੀ ਅਮਨਦੀਪ ਦੇ ਨਾਲ। हालेलुया ਹਾਲੇਲੂਇਆ हालेलुया हालेलुया हालेलुया। हे अनुग्रहकारी परमेश्वर जी, आपका धन्यवाद करते हैं, आपने उन तक हमें संभाले रखा प्रभु, तेरा धन्यवाद हो। और प्रभु जी आपका धन्यवाद करते हैं सच्चे मौके के लिए प्रभु जी, आपने हमें अपने चरणों में आने के योग्य समझा खुदा, तेरा धन्यवाद करते हैं। पिता आत्मा से प्रार्थना करती हूँ हर एक के लिए प्रभु जी, जो भी इस वीडियो को देख रहे हैं प्रभु, और जो भी तेरे घर में है, तेरे भवन में है प्रभु, वो तू जानते प्रभु जी, उनकी जो भी लोड़ है जरूरत है वो तू जानते है, क्योंकि तू न्यायी परमेश्वर, तू अंतर्जामी खुदा है प्रभु जी। सचमुच आपका धन्यवाद करती हूँ कि हर एक की लोड़ों को आपने पूरा कर दिया खुदा, तेरा धन्यवाद कर रही हूँ प्रभु जी। तू दया कर गहरा सागर है प्रभु जी, एक एक जन पर दया कीजिए, कृपा कीजिए प्रभु। मैं विश्वास करती हूँ कि तेरी दया, तेरी कृपा हर एक ऊपर आज हो चुकी है खुदा, तेरा धन्यवाद करते हैं प्रभु। मैं प्रार्थना करती हूँ तेरे कलाम के लिए प्रभु जी, आज का वचन हमारे लिए प्रभु जी, इस वचन के द्वारा आप हमें सभी को ब्लेस करने के लिए जा रहे हैं खुदा, तेरा धन्यवाद करते हैं प्रभु जी। जिस भी आंख से देखा जाए और जिस भी कान से सुना जाए प्रभु जी, सचमुच वह
हृदय और उनके कान, उनके आंख सचमुच ब्लेस हो चुके हैं। आमीन। खुदा तेरा आमीन। धन्यवाद करती हूँ। तो जिस वचन के द्वारा हम सभी के रुके कान खुलने के लिए जा रहे हैं, खुदा तेरा धन्यवाद आमीन। करते हैं। तो मैं प्रार्थना करती हूँ तेरे दास के लिए प्रभु जी, जब भी हमारे लिए वचन को बोले प्रभु जी, वो ना बोले बल्कि आपका पवित्र आत्मा उनके बीच में होकर हमारे लिए अभिषेक वचन निकाले। उस वचन के द्वारा हम सभी ब्लेस हो चुके हैं। खुदा तेरा धन्यवाद करती हूँ। प्रभु जी मैं प्रार्थना करती हूँ आपके दास के लिए प्रभु जी, उनके पूरे शरीर को, उनकी पूरी बॉडी को सिर से लेकर पैरों तक तेरे लहू में कवर कर देती हूँ, तेरी पवित्र आत्मा में कवर कर देती हूँ। प्रभु जी सचमुच आज का वचन हमारे लिए हो चुका है। खुदा तेरा धन्यवाद करते हैं प्रभु। वचन को समझने की बुद्धि और ज्ञान से भर दे पवित्र आत्मा जी, वचन को समझने वाले बन सके और तेरे वचनों पर चलने वाले बन सके। दया कर, कृपा कर पवित्र आत्मा जी। आपसे जो कुछ मांगा है आपने में दे दिया, विश्वास के साथ उसे रिसीव करते आपका धन्यवाद करते हैं। आगे के रहते समय को तेरे हाथ में सौंप देते, अपने हाथ में लेकर चला। जिस वचन के द्वारा बहुत बड़ी बड़ी कमाइयों को देखने के लिए जा रहे हैं, खुदा तेरा धन्यवाद करते हैं। सारी विनती प्रार्थना को सुन कबूल कर यीशु मसीह के नाम से मांगते हैं। आमीन। 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 हालेलुया। हालेलुया। वचन ਦੇ ਵਿੱਚ ਆਵਾਂਗੇ ਆਪਾਂ। अनुग्रह परमेश्वर मैं तेरा दास प्रार्थना करता हूँ पिता परमेश्वर, जिन्हें इस वीडियो को देख रहे हो प्रभु, ਅੱਜ ਇਹ ਵਚਨ ਸੁਣ ਕੇ ਸੁਣਾਉਣ ਵਾਲੇ ਬਣ ਜਾਓ। ਆਮੀਨ। अनुग्रह परमेश्वर, ਅੱਜ ਮੈਂ ਨਾ ਬੋਲਾਂ, ਤੁਹਾਡਾ ਆਤਮਾ ਬੋਲੇ ਪਿਤਾ परमेश्वर। आमीन। ਇਹ ਵਚਨ ਨੂੰ ਪ੍ਰਭु ਸੱਚਮੁੱਚ ਤੇਰਾ ਆਤਮਾ ਸਮਝਾਵੇ ਪ੍ਰਭੂ। ਆਮੀਨ। ਅੱਜ ਇਹ ਤੇਰੇ ਵਚਨ ਨੂੰ ਪ੍ਰਭੂ ਸਮਝ ਕੇ ਸਮਝਾਉਣ ਵਾਲੇ ਬਣ ਜਾਓ। ਆਮੀਨ। ਸੁਣ ਕੇ ਸੁਣਾਉਣ ਵਾਲੇ ਬਣ ਜਾਓ। ਆਮੀਨ। अनुग्रह परमेश्वर, ਅੱਜ ਜਿੰਨਿਆਂ ਦੇ ਵੀ ਬਿਜ਼ਨਸ ਕੰਮ ਮਰੇ ਹੋਏ ਆ ਪਿਤਾ परमेश्वर, ਅੱਜ ਸੱਚਮੁੱਚ ਉਹ ਜਿਉਂਦੇ ਹੋ ਜਾਣ ਆਮੀਨ। ਇਸ ਵਚਨ ਦੇ ਦੁਆਰਾ। आमीन। ਆਮੀਨ। आमीन। ਆਓ ਆਪਾਂ ਬਾਈਬਲ ਨੂੰ ਖੋਲਾਂਗੇ। ਮਤੀ ਨੂੰ ਸੱਦਾ 9 ਦੇ 18 ਨੰਬਰ ਪੜਾਂਗੇ। ਜਦ ਉਹ ਉਹਨਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ, ਇੱਕ ਸਰਦਾਰ ਨੇ ਆਣ ਕੇ ਉਹਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਪੜਾਂਗੇ ਕੋਈ ਜਣਾ? ਜਦ ਉਹ ਉਹਨਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ, ਵੇਖੋ ਇੱਕ ਸਰਦਾਰ ਨੇ ਆਣ ਕੇ ਉਹਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ, ਪਰ ਤੂੰ ਆਣ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜੀ ਪਵੇਗੀ। आमीन। ਆਮੀਨ। आमीन। ਇੱਕ ਸਰਦਾਰ ਨੇ ਜਦੋਂ ਯਿਸੂ ਮਸੀਹ ਦੀ ਸੋਭਾ ਨੂੰ ਸੁਣਿਆ, ਉਹਦੀ ਮਹਿਮਾ ਨੂੰ ਸੁਣਿਆ ਕਿ ਉਹ ਯਿਸੂ ਮਸੀਹ ਨਾਸਰੀ ਜਦੋਂ ਰੋਗੀਆਂ ਤੇ ਹੱਥ ਰੱਖ ਦਿੰਦਾ ਤਾਂ ਰੋਗੀ ਚੰਗੇ ਹੋ ਜਾਂਦੇ ਆ। ਆਮੀਨ। ਉਹਨੇ ਬੜੀ ਮਹਿਮਾ, ਬੜੀ ਵਡਿਆਈ ਸੁਣੀ। ਉਸ ਸਰਦਾਰ ਨੇ ਕਿਹਾ ਕਿ ਜੇ ਯਿਸੂ ਮਸੀਹ ਮੇਰੇ ਘਰ ਦੇ ਵਿੱਚ ਵੀ ਆ ਜਾਵੇ, ਮੇਰੀ ਜਿਹੜੀ ਕੁੜੀ, ਮੇਰੀ ਬੇਟੀ ਮੋਈ ਆ, ਮਰੀ ਆ, ਜੇ ਯਿਸੂ ਮਸੀਹ ਹੱਥ ਰੱਖ ਦੇਵੇ ਤਾਂ ਉਹ ਜਿਉਂਦੀ ਹੋ ਜੂ। आमीन। ਆਮੀਨ। ਆਮੀਨ। ਉਹਦੇ ਮਨ ਦੇ ਵਿੱਚ ਇੱਕ ਨਿਚਾ, ਇੱਕ ਵਿਸ਼ਵਾਸ ਸੀਗਾ। ਆਮੀਨ। ਆਮੀਨ। ਉਹ ਸਰਦਾਰ ਜਦੋਂ ਭੱਜਿਆ ਗਿਆ ਕਿ ਯਿਸੂ ਮਸੀਹ ਦੇ ਕੋਲ, ਕਹਿੰਦਾ, ਸਵਾਮੀ ਜੀ, ਪ੍ਰਭੂ ਜੀ, ਯਿਸੂ ਜੀ, ਜੇ ਤੁਸੀਂ ਮੇਰੇ ਘਰ ਦੇ ਵਿੱਚ ਚੱਲੋ ਤਾਂ ਮੇਰੀ ਬੇਟੀ ਦੇ ਹੱਥ ਧਰ ਦਮੋ ਤਾਂ ਮੇਰੀ ਬੇਟੀ ਜਿਉਂਦੀ ਹੋ ਜੂ। आमीन। ਆਮੀਨ। ਆਮੀਨ। ਦੇਖੋ ਉਸ ਸਰਦਾਰ ਨੂੰ ਕਿੱਡਾ ਵੱਡਾ ਵਿਸ਼ਵਾਸ ਸੀਗਾ, ਕਿੱਡੀ ਵੱਡੀ ਨਿਚਾ ਸੀ ਉਹਦੇ ਮਨ ਦੇ ਵਿੱਚ। ਇਸੇ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਡੇ ਜੀਵਨ ਦੇ ਵਿੱਚ। ਆਮੀਨ। ਮਸੀਹ ਦੇ ਵਿੱਚ ਆਪਾਂ ਆ ਜਾਂਦੇ ਆ, ਬਹੁਤ ਪੁਰਾਣੇ ਮਸੀਹ ਦੇ ਵਿੱਚ ਆ, ਹਰੇਕ ਹਫਤੇ ਚਰਚ ਵੀ ਅਟੈਂਡ ਕਰਦੇ ਆ, ਪ੍ਰਭੂ ਦੇ ਘਰ ਵਿੱਚ ਵੀ ਜਾਂਦੇ ਆ, ਵਚਨ ਵੀ ਪੜ੍ਹਦੇ ਆ, ਬਾਈਬਲ ਵੀ ਪੜ੍ਹਦੇ ਆ, ਪਰ ਵਿਸ਼ਵਾਸ ਨਹੀਂ ਬਣਾਉਂਦੇ ਸਰਦਾਰ ਵਰਗਾ। ਹਾਲੇਲੂਇਆ। ਅੱਜ ਜਿਹੜੇ ਸਰਦਾਰ ਵਰਗਾ ਵਚਨ ਵਿਸ਼ਵਾਸ ਬਣਾ ਰਹੇ ਆ, ਪਰਮੇਸ਼ਵਰ ਉਹਨਾਂ ਦਾ ਕੰਮ ਆ ਜਿਹੜਾ ਮਰਿਆ ਹੋਇਆ ਵਾ ਜਿਉਂਦਾ ਕਰੂਗਾ। ਆਮੀਨ। ਤੁਹਾਡਾ ਬਿਜ਼ਨਸ ਮਰਿਆ ਹੋਇਆ ਵਾ ਜਿਉਂਦਾ ਕਰੂਗਾ। ਆਮੀਨ। ਤੁਹਾਡੇ ਘਰ ਦੇ ਵਿੱਚ ਕੋਈ ਨਸ਼ਾ ਬੜਿਆ ਹੋਇਆ ਤੁਹਾਡੇ ਜੀਵਨ ਦੇ ਵਿੱਚ, ਤੁਹਾਡੇ ਘਰਦਿਆਂ ਦੇ ਵਿੱਚ, ਅੱਜ ਉਹ ਜਾਊਗਾ। आमीन। ਤੁਸੀਂ ਕਹਿੰਦੇ ਹੋ ਕਿ ਮੇਰਾ ਬਿਜ਼ਨਸ, ਮੇਰਾ ਕੰਮ ਸਮਝ ਲਓ ਮਰ ਗਿਆ। ਸਰਦਾਰ ਵਰਗਾ ਵਿਸ਼ਵਾਸ ਬਣਾਓ ਤਾਂ ਉਹਨਾਂ ਦਾ ਕੰਮ ਜਿਉਂਦਾ ਹੋ ਜਾਊਗਾ। ਆਮੀਨ। ਆਮੀਨ। आमीन। ਸਰਦਾਰ ਨੇ ਯਿਸੂ ਮਸੀਹ ਨੂੰ ਕਿਹਾ, ਕਹਿੰਦਾ, ਸਵਾਮੀ ਜੀ, ਮੇਰੀ ਕੁੜੀ ਮਰ ਗਈ ਆ। ਕਹਿੰਦਾ, ਮੈਨੂੰ ਵਿਸ਼ਵਾਸ ਆ, ਮੈਨੂੰ ਨਿਚਾ ਵਾ, ਜੇ ਤੁਸੀਂ ਜਾ ਕੇ ਹੱਥ ਧਰ ਦੋ ਉਹਦੇ ਉੱਤੇ ਤਾਂ ਕੀ ਹੋ ਜੂਗੀ? ਉਹ ਜਿੰਦਾ ਹੋ ਜੂਗੀ। ਤਾਂ ਯਿਸੂ ਮਸੀਹ ਨੇ ਉਹਨੂੰ ਕਿਹਾ, ਮੂੰਹ ਚੋਂ ਬੋਲ ਨਾ ਕੱਢੀ, ਬਿਲਕੁਲ ਨਹੀਂ ਬੋਲਣਾ ਹੈਗਾ ਕਿ ਤੇਰੀ ਬੇਟੀ ਮਰ ਗਈ ਆ। ਨਹੀਂ, ਉਹ ਸੁੱਤੀ ਪਈ ਆ। आमीन। ਕੀ ਪਈ ਆ? ਉਹ ਸੁੱਤੀ ਪਈ ਆ। ਉਹ ਕਹਿੰਦਾ, ਦੁਬਾਰੇ ਮੂੰਹ ਦੇ ਵਿੱਚੋਂ ਗੱਲ ਨਹੀਂ ਕੱਢਣੀ ਇਹ ਕਿ ਮੇਰੀ ਬੇਟੀ ਮਰ ਗਈ। ਕੋਈ ਸੁਣ ਨਾ ਲਵੇ ਇਸ ਗੱਲ ਨੂੰ,
ਮੂੰਹ ਚੋਂ ਬੋਲ ਨਾ ਕੱਢੀਏ ਇਹ ਦੁਬਾਰਾ ਕਿ ਮੇਰੀ ਬੇਟੀ ਮਰ ਗਈ, ਕਹਿੰਦਾ ਉਹ ਸੁੱਤੀ ਪਈ ਆ, ਚੱਲ ਮੇਰੇ ਨਾਲ ਚੱਲ, ਉਹ ਉੱਠੂਗੀ। ਆਮੀਨ। ਸਾਰੇ ਬੋਲੋ ਆਮੀਨ। ਆਮੀਨ। ਜਦੋਂ ਯਿਸੂ ਮਸੀਹ ਉਹਨੂੰ ਕਿਹਾ ਕਹਿੰਦਾ ਚੱਲ ਮੇਰੇ ਨਾਲ, ਕਹਿੰਦਾ ਉਹ ਸੁੱਤੀ ਪਈ ਆ, ਆਪਾਂ ਜਾ ਕੇ ਠਾਲਦੇ ਆ, ਉਹ ਉੱਠੂਗੀ। ਆਮੀਨ। ਜਦੋਂ ਉਹ ਸਰਦਾਰ ਯਿਸੂ ਮਸੀਹ ਨੂੰ ਲੈ ਕੇ ਆਪਦੇ ਘਰ ਦੇ ਵਿੱਚ ਆਇਆ, ਆਪਦੇ ਨਗਰ ਦੇ ਵਿੱਚ ਆਇਆ, ਤਾਂ ਬੜੀ ਭੀੜ ਲੱਗੀ ਹੋਈ ਸੀ ਉਹਨਾਂ ਦੇ ਦਰਾਂ ਮੂਹਰੇ। ਕੀ ਲੱਗੀ ਹੋਈ ਸੀ ਉਹਨਾਂ ਦਰਾਂ ਮੂਹਰੇ? ਬੜੀ ਭੀੜ ਲੱਗੀ ਹੋਈ ਸੀਗੀ। ਤਾਂ ਕੁਝ ਲੋਕ ਬੜਬੜਾਉਣ ਲੱਗ ਗਏ, ਤੁਸ ਸਮਝਣ ਲੱਗ ਗਏ ਉਸ ਗੱਲ ਨੂੰ, ਐਂ ਕਿਵੇਂ ਹੋ ਸਕਦਾ, ਐਦਾਂ ਕਿਵੇਂ ਹੋ ਸਕਦਾ, ਉਹ ਤਾਂ ਇੰਨਾ ਟਾਈਮ ਹੋ ਗਿਆ ਮਰੀ ਨੂੰ, ਐਂ ਕਿਵੇਂ ਜਿਉਂਦਾ ਹੋ ਜੂਗੀ ਉਹ। ਪੜਾਂਗੇ ਵੀ ਆਪਾਂ। ਫਿਰ ਯਿਸੂ ਉੱਠ ਕੇ ਆਪਣੇ ਚੇਲਿਆਂ ਸਣੇ ਉਹਦੇ ਮਗਰ ਤੁਰ ਪਿਆ। ਔਰ ਵੇਖੋ ਇੱਕ ਜਨਾਨੀ ਨੇ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ, ਪਿੱਛੋਂ ਦੀ ਆਣ ਕੇ ਉਹਦੇ ਕੱਪੜੇ ਦਾ ਪੱਲਾ ਛੂਇਆ, ਕਿਉਂ ਜੋ ਉਹ ਆਪਣੇ ਜੀ ਵਿੱਚ ਆਖਦੀ ਸੀ, ਭਾਈ ਜੇ ਮੈਂ ਨਿਰਾ ਉਹਦੇ ਕੱਪੜੇ ਦੇ ਨੂੰ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਆਮੀਨ। ਜੇ ਮੈਂ ਉਹਦੇ ਕੱਪੜੇ ਨੂੰ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਊਂਗੀ। ਆਮੀਨ। ਜਦੋਂ ਯਿਸੂ ਨਾਸਰੀ ਬੜੀ ਭੀੜ ਦੇ ਵਿੱਚ ਦੀ ਉਸ ਸਰਦਾਰ ਦੇ ਘਰੇ ਜਾ ਰਿਹਾ ਸੀ, ਅਭਿਸ਼ੇਕ ਦੇ ਨਾਲ ਭਰਿਆ ਜਾ ਰਿਹਾ ਸੀ, ਸਾਮਰਥ ਦੇ ਨਾਲ ਭਰਿਆ ਜਾ ਰਿਹਾ ਸੀ, ਬੜੀ ਵੱਡੀ ਯਹੋਵਾ ਦੀ ਸ਼ਕਤੀ ਦੇ ਨਾਲ ਭਰਿਆ ਜਾ ਰਿਹਾ ਸੀ। ਕਿਸੇ ਮੁਰਦੇ ਨੂੰ ਮਰੇ ਹੋਏ ਨੂੰ ਕਹਿਣਾ ਉੱਠ ਖੜ ਕੋਈ ਆਮ ਗੱਲ ਨਹੀਂ ਹੈਗੀ। ਇਹ ਯਿਸੂ ਮਸੀਹ ਇੱਕ ਸਾਮਰਥ ਦੇ ਨਾਲ ਭਰਿਆ ਜਾ ਰਿਹਾ ਸੀ, ਅਭਿਸ਼ੇਕ ਦੇ ਨਾਲ ਭਰਿਆ ਜਾ ਰਿਹਾ ਸੀ। ਉਹਦੇ ਕੱਪੜਿਆਂ ਦੇ ਵਿੱਚ ਵੀ ਅਭਿਸ਼ੇਕ ਸੀ, ਉਹਦੀ ਇੱਕ ਹਰ ਇੱਕ ਚੀਜ਼ ਦੇ ਵਿੱਚ ਅਭਿਸ਼ੇਕ ਸੀ। ਉਸ ਔਰਤ ਨੂੰ ਜਿਹਨੂੰ 12 ਵਰਿਆਂ ਤੋਂ ਲਹੂ ਵਹਿਣ ਦਾ ਰੋਗ ਸੀਗਾ, ਉਸ ਔਰਤ ਨੇ ਮਨ ਦੇ ਵਿੱਚ ਸੋਚਿਆ, ਵਿਚਾਰ ਕੀਤਾ ਕਿ ਜੇ ਮੈਂ ਇਹਦਾ ਪੱਲਾ ਫੜ ਕੇ ਖਿੱਚ ਲਵਾਂ, ਛੂ ਲਵਾਂ ਤਾਂ ਮੈਂ ਚੰਗੀ ਹੋ ਜਾਊਂਗੀ। ਆਮੀਨ। 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 ਉਹਦੇ ਮਨ ਦੇ ਵਿੱਚ ਨੇਚਾ ਤੇ ਵਿਸ਼ਵਾਸ ਸੀਗਾ। ਜਦੋਂ ਯਿਸੂ ਮਸੀਹ ਭੀੜ ਵਿੱਚ ਦੀ ਜਾ ਰਿਹਾ ਸੀ, ਨਿਕਲ ਜਾ ਰਿਹਾ ਸੀ, ਉਸ ਔਰਤ ਨੇ ਸੱਚਮੁੱਚ ਦਾ ਫੜ ਕੇ ਪੱਲਾ ਖਿੱਚ ਲਿਆ। ਤਾਂ ਯਿਸੂ ਮਸੀਹ ਨੂੰ ਪਤਾ ਲੱਗ ਗਿਆ, ਕਹਿੰਦਾ ਮੇਰੇ ਵਿੱਚੋਂ ਕੋਈ ਸ਼ਕਤੀ ਨਿਕਲੀ ਆ, ਮੇਰੇ ਵਿੱਚੋਂ ਅਭਿਸ਼ੇਕ ਨਿਕਲਿਆ, ਕਿਸੇ ਨੇ ਮੈਨੂੰ ਟੱਚ ਕੀਤਾ ਵਾ। ਕੋਈ ਇੱਥੇ ਬਿਮਾਰ ਸੀ, ਕੋਈ ਰੋਗੀ ਸੀ, ਚੰਗਾ ਹੋਇਆ ਵਾ। ਉਹ ਡਰਦੀ ਕੰਬਦੀ ਮੂਹਰੇ ਆ ਗਈ, ਕਹਿੰਦੀ ਮੈਂ ਹੀ ਹੈਗੀ। ਹਾਲੇਲੂਇਆ। ਤਾੜੀ ਮਾਰਾਂਗੇ ਸਾਰੇ। ਕਹਿੰਦੀ ਮੈਂ ਹੀ ਤੁਹਾਡਾ ਪੱਲਾ ਫੜਿਆ ਵਾ, ਮੈਂ ਹੀ ਤੁਹਾਡਾ ਪੱਲਾ ਛੂਇਆ ਵਾ। ਕਹਿੰਦੀ ਮੈਂ ਬਹੁਤ ਔਖੀ ਸੀ, ਬੜੀ ਪਰੇਸ਼ਾਨ ਸੀ, ਮੈਨੂੰ 12 ਵਰਿਆਂ ਤੋਂ ਲਹੂ ਵਹਿਣ ਦਾ ਰੋਗ ਸੀ। ਕਹਿੰਦਾ ਜਾ ਮੇਰੀ ਬੇਟੀ, ਤੇਰੀ ਨੇਚਾ ਨੇ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕਰ ਦਿੱਤਾ। ਆਮੀਨ। ਕਹਿੰਦਾ ਮੈਂ ਵੀ ਸੋਚਿਆ ਕਿ ਮੇਰੇ ਵਿੱਚੋਂ ਕੋਈ ਸ਼ਕਤੀ ਨਿਕਲੀ ਆ, ਇਹ ਸ਼ਕਤੀ ਨੇ ਤੇਰਾ ਰੋਗ ਸੀ ਜਿਹੜਾ ਖਤਮ ਕਰਤਾ। ਆਮੀਨ। ਉਹ ਸ਼ਕਤੀ ਰੋਗ ਖਤਮ ਕਰ ਦਿੰਦੀ ਆ। ਆਮੀਨ। ਉਹ ਸ਼ਕਤੀ ਸ਼ੂਗਰ ਖਤਮ ਕਰ ਦਿੰਦੀ ਆਮੀਨ। ਉਹ ਸ਼ਕਤੀ ਬੀਪੀ ਨਾਰਮਲ ਕਰ ਦਿੰਦੀ ਆਮੀਨ। ਉਹ ਸ਼ਕਤੀ ਮਰੇ ਹੋਏ ਬੰਦਿਆਂ ਨੂੰ ਜਿਉਂਦਾ ਕਰ ਦਿੰਦੀ ਆਮੀਨ। ਜੇ ਵਿਸ਼ਵਾਸ, ਜੇ ਨਿਚਾ ਹੋਵੇ ਤਾਂ ਸਭ ਕੁਝ ਹੋ ਸਕਦਾ। ਆਮੀਨ। ਉਸ ਲੋਕ ਯਿਸੂ ਮਸੀਹ ਨੂੰ ਤੁੱਛ ਸਮਝਣ ਲੱਗੇ। ਜਦੋਂ ਉਸ ਸਰਦਾਰ ਕੇ ਘਰੇ ਗਿਆ, ਉਸ ਘਰ ਦੇ ਵਿੱਚ ਗਿਆ ਤਾਂ ਬੜੀ ਭੀੜ ਲੱਗੀ ਹੋਈ ਸੀ। ਅੱਗੇ ਪੜਾਂਗੇ ਆਪਾਂ। ਤਦ ਯਿਸੂ ਨੇ ਤਿਸਾਹਾਂ ਮੁੜ ਕੇ ਅਤੇ ਉਹਨੂੰ ਵੇਖ ਕੇ ਆਖਿਆ, ਬੇਟੀ ਹੌਸਲਾ ਰੱਖ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਆਮੀਨ। ਉਹ ਜਨਾਨੀ ਉਸੇ ਘੜੀਓਂ ਚੰਗੀ ਹੋ ਗਈ। ਤਾਂ ਯਿਸੂ ਸਰਦਾਰ ਦੇ ਘਰ ਵਿੱਚ ਗਿਆ ਅਤੇ ਬਾਂਸੁਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲਾ ਪਾਉਂਦੀ ਵੇਖ ਕੇ ਆਖਿਆ, ਲਾਂਭੇ ਹੋਵੋ, ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ। ਆਮੀਨ। ਕਹਿੰਦਾ ਪਰੇ ਹੋ ਜਾਓ, ਪਰੇ ਹਟ ਜਾਓ, ਇਕੱਠ ਕੀਤਾ ਵਾ ਬਾਂਸੁਰੀਆਂ ਵਜਾਉਣ ਵਾਲੇ, ਤੁਤਰੀਆਂ ਵਜਾਉਣ ਵਾਲੇ, ਸਾਰੇ ਹਿੰਮਤ ਹਾਰੀ ਬੈਠੇ ਸੀ, ਤਿਆਰੀ ਕਰ ਰਹੇ ਸੀਗੇ ਕਿ ਇਹ ਨਹੀਂ ਜਿਉਂਦੀ ਹੋ ਸਕਦੀ, ਇਹ ਮਰ ਚੁੱਕੀ ਆ। ਪਰ ਉਸ ਸਰਦਾਰ ਨੂੰ ਵਿਸ਼ਵਾਸ ਸੀ, ਉਸ ਸਰਦਾਰ ਨੂੰ ਵਿਸ਼ਵਾਸ ਸੀ ਜੇ ਯਿਸੂ ਮਸੀਹ ਮੇਰੇ ਘਰ ਦੇ ਵਿੱਚ ਆ ਕੇ ਮੇਰੀ ਕੁੜੀ ਦੇ ਉੱਤੇ ਹੱਥ ਰੱਖਤਾ ਤਾਂ ਮੇਰੀ ਕੁੜੀ ਜਿਉਂਦੀ ਹੋ ਜੂਗੀ। ਆਮੀਨ। ਜਿੰਨੇ ਹੰਬੇ ਪਏ ਆ, ਥੱਕੇ ਪਏ ਆ, ਇੱਧਰ ਉੱਧਰ ਜਾ ਕੇ ਕਿ ਸਾਡੀ ਕੁੱਖ ਨਹੀਂ ਖੁੱਲ ਰਹੀ, ਸਾਨੂੰ ਬੱਚਾ ਨਹੀਂ ਮਿਲ ਰਿਹਾ, ਇੱਕ ਯਿਸੂ ਮਸੀਹ ਦੀ ਸ਼ਕਤੀ ਨੂੰ ਲੈ ਲਓ। ਆਮੀਨ। ਇੱਕ ਯਿਸੂ ਮਸੀਹ ਦੇ ਅਭਿਸ਼ੇਕ ਨੂੰ ਲੈ ਲਓ। ਆਮੀਨ। ਉਹ ਅਭਿਸ਼ੇਕ ਜਿਹੜਾ ਸਰਦਾਰ ਦੀ ਕੁੜੀ ਨੂੰ ਜਿਉਂਦਾ ਕੀਤਾ, ਉਹ ਜਲਾਲ ਜਿਹੜਾ ਸਰਦਾਰ ਦੀ ਕੁੜੀ ਨੂੰ ਜਿਉਂਦਾ ਕੀਤਾ, ਉਹ ਜਲਾਲ ਦੇ ਦੁਆਰਾ, ਉਸ ਅਭਿਸ਼ੇਕ ਦੇ ਦੁਆਰਾ ਬਿਜ਼ਨਸ ਖੁੱਲ ਜਾਂਦੇ ਨੇ। ਆਮੀਨ। ਉਸ ਜਲਾਲ ਦੇ ਦੁਆਰਾ, ਅਭਿਸ਼ੇਕ ਦੇ ਦੁਆਰਾ
ਖੁੱਲ ਜਾਂਦੀਆਂ ਨੇ, ਆਮੀਨ। ਭੁੱਖਾਂ ਖੁੱਲ ਜਾਂਦੀਆਂ ਨੇ। ਆਮੀਨ। ਮੈਂ ਕਹਿੰਦਾ ਵਿਸ਼ਵਾਸ ਕਰ ਲਓ। ਆਮੀਨ। ਤੁਸੀਂ ਹਾਰ ਚੁੱਕੇ ਹੋ, ਤੁਸੀਂ ਹੰਭ ਚੁੱਕੇ ਹੋ ਕਿ ਮੈਂ ਨਹੀਂ ਠੀਕ ਹੋ ਸਕਦਾ, ਮੇਰਾ ਕੰਮ ਨਹੀਂ ਬਣ ਸਕਦਾ, ਮੈਂ ਜਮਾਂਦਰੂ ਗੁੰਗਾ ਮੈਂ ਬੋਲ ਨਹੀਂ ਸਕਦਾ। ਉਹ ਕਹਿੰਦਾ ਮੈਂ ਕਲਾਮ 'ਚ ਲਿਖ ਦਿੱਤਾ, ਮਰਕਸ 16:16 ਵਿੱਚ ਮੈਂ ਕਲਾਮ 'ਚ ਲਿਖਿਆ, ਮੈਂ ਬਾਈਬਲ ਦੇ ਵਿੱਚ ਪਵਿੱਤਰ ਆਤਮਾ ਦੇ ਦੁਆਰਾ ਲਿਖਿਆ ਵਾ ਆਮੀਨ। ਕਿ ਨਿੱਚਾ ਵਿਸ਼ਵਾਸ ਦੇ ਨਾਲ ਬਪਤਿਸਮਾ ਲੈ ਕੇ ਪ੍ਰਾਰਥਨਾ ਕਰੋਗੇ ਤਾਂ ਰੋਗੀ ਚੰਗੇ ਹੋਣਗੇ। ਆਮੀਨ। ਕਹਿੰਦਾ ਮੈਂ ਲਿਖਿਆ, ਕਿਸੇ ਇਨਸਾਨ ਨੇ ਨਹੀਂ ਲਿਖਿਆ। ਤੁਹਾਡੀ ਨਿੱਚਾ ਘਟ ਗਿਆ, ਤੁਹਾਡਾ ਵਿਸ਼ਵਾਸ ਘਟ ਗਿਆ ਵਾ। ਕੁੜੀ ਮਰੀ ਨਹੀਂ, ਕੁੜੀ ਸੁੱਤੀ ਪਈ ਆ। ਆਮੀਨ। ਕਹਿੰਦਾ ਦੇਖ ਸਰਦਾਰ ਦਾ ਵਿਸ਼ਵਾਸ ਆ। ਆਪਦੇ ਵਿਸ਼ਵਾਸ ਨੂੰ ਮਜ਼ਬੂਤ ਕਰੋ। ਤੁਹਾਡਾ ਬਿਜ਼ਨਸ ਨਹੀਂ ਮਰਿਆ ਹੈਗਾ, ਤੁਹਾਡਾ ਵਿਸ਼ਵਾਸ ਮਰਿਆ। ਤੁਹਾਡਾ ਕੰਮ ਨਹੀਂ ਮਰਿਆ, ਤੁਹਾਡਾ ਵਿਸ਼ਵਾਸ ਮਰਿਆ। ਅੱਜ ਹੀ ਕਹਿੰਦਾ ਮੈਂ ਖੋਲ ਦੂੰਗਾ। ਆਮੀਨ। ਸਰਦਾਰ ਦੇ ਵਿਸ਼ਵਾਸ ਦਾ ਵਿਸ਼ਵਾਸ ਬਣਾ ਲਓ। ਪਰਮੇਸ਼ਵਰ ਕਹਿੰਦਾ ਮੈਂ ਕਦੇ ਜਾਤ ਪਾਤ ਨਾਲ ਪਿਆਰ ਨਹੀਂ ਕਰਦਾ, ਮੈਂ ਕਿਸੇ ਧਰਮ ਨਾਲ ਪਿਆਰ ਨਹੀਂ ਕਰਦਾ, ਮੈਂ ਸਾਰੇ ਧਰਮਾਂ ਨਾਲ ਪਿਆਰ ਕਰਦਾ। ਆਮੀਨ। ਮੈਂ ਇਨਸਾਨ ਦੇ ਨਾਲ ਪਿਆਰ ਕਰਦਾ। ਜਿਹੜਾ ਕਹਿੰਦਾ ਮੈਨੂੰ ਦਿਲ ਤੋਂ ਆਵਾਜ਼ ਮਾਰਦਾ, ਦਿਲ ਤੋਂ ਯਾਦ ਕਰਦਾ, ਚਾਹੇ ਉਹ ਹਿੰਦੂ ਆ, ਮੁਸਲਮਾਨ, ਸਿੱਖ ਆ, ਈਸਾਈ ਆ, ਉਹ ਯਹੋਵਾ ਕਹਿੰਦਾ ਮੈਂ ਤਾਂ ਤਿਆਰ ਰਹਿਣਾ ਵਾ। ਆਮੀਨ। ਕਹਿੰਦਾ ਮੈਂ ਕਿਸੇ ਕ੍ਰਿਸਚਨਾਂ ਨਾਲ ਨਹੀਂ ਪਿਆਰ ਕਰਦਾ, ਮੈਂ ਕਿਸੇ ਨਾਲ ਨਹੀਂ ਪਿਆਰ ਕਰਦਾ, ਮੈਂ ਇਨਸਾਨ ਨਾਲ ਪਿਆਰ ਕਰਦਾ। ਜਿਹੜਾ ਇਨਸਾਨ ਮਨ ਖੋਲ ਕੇ ਮੈਨੂੰ ਹਾਕ ਮਾਰਦਾ ਮੈਂ ਉਹਦੇ ਕੋਲ ਹੀ ਆ ਜਾਂਦਾ। ਆਮੀਨ। ਕਹਿੰਦਾ ਮੈਂ ਤਾਂ ਮਤੀ ਦੀ 11:28 ਚ ਸਾਫ਼ ਕਹਤਾ ਕਿ ਆਜੋ ਮੈਨੂੰ ਆਵਾਜ਼ ਮਾਰੋ, ਥੱਕੇ ਹੋਏ ਹੋ, ਭਾਰ ਹੇਠਿਓ, ਮੈਂ ਤਾਂ ਤੁਹਾਨੂੰ ਲੈਣ ਆਇਆ ਵਾਂ, ਮੈਂ ਤਾਂ ਤੁਹਾਡੇ ਭਾਰ ਨੂੰ, ਬੋਝ ਨੂੰ ਚੱਕਣ ਆਇਆ ਵਾਂ। ਆਮੀਨ। ਪਰਮੇਸ਼ਵਰ ਕਹਿੰਦਾ ਤੁਸੀਂ ਮੰਗੋ ਮੈਂ ਤੁਹਾਨੂੰ ਦਊਂਗਾ, ਆਮੀਨ। ਖੜਕਾਓ ਮੈਂ ਤੁਹਾਡੇ ਵਾਸਤੇ ਖੋਲੂੰਗਾ। ਆਮੀਨ। ਕਹਿੰਦਾ ਜਿਵੇਂ ਮੈਂ ਸਰਦਾਰ ਦੀ ਬੇਟੀ ਨੂੰ ਕਹਿਤਾ, ਜਦੋਂ ਯਿਸੂ ਮਸੀਹ ਗਿਆ ਉਹਨੂੰ ਜਾ ਕੇ ਕਹਿੰਦਾ ਬੇਟੀ ਉੱਠ ਖੜ, ਇੱਕ ਆਵਾਜ਼ ਦੇ ਵਿੱਚ ਬੇਟੀ ਉੱਠ ਖੜ, ਕੁੜੀ ਉੱਠ ਕੇ ਬੈਠ ਗਈ। ਆਮੀਨ। ਕੀ ਹੋਇਆ? ਕੁੜੀ ਉੱਠ ਕੇ ਬੈਠ ਗਈ। ਤੁਹਾਡਾ ਬਿਜ਼ਨਸ ਮਰਿਆ ਹੋਇਆ ਵਾ, ਠੱਪ ਹੋਇਆ ਵਾ, ਵਿਸ਼ਵਾਸ ਕਰੋ ਅੱਜ ਹੀ ਉੱਠੂਗਾ। ਆਮੀਨ। ਵਿਸ਼ਵਾਸ ਕਰੋ ਅੱਜ ਹੀ ਉੱਠੂਗਾ। ਆਮੀਨ। ਮੇਰਾ ਯਿਸੂ ਮਸੀਹ ਹੀ ਠਾਲੂਗਾ। ਆਮੀਨ। ਮੇਰਾ ਯਿਸੂ ਮਸੀਹ ਹੀ ਤੁਹਾਡੇ ਕੋਰਟ ਕਚਹਿਰੀ ਦੇ ਕੇਸ ਖਤਮ ਆਮੀਨ। ਕਰੂਗਾ। ਤੁਸੀਂ ਥਾਣੇ ਦੇ ਕਿਸੇ ਕੇਸ ਦੇ ਵਿੱਚ ਉਲਝੇ ਹੋਏ ਹੋ, ਅੱਜ ਕਹੋ ਕਿ ਯਿਸੂ ਮਸੀਹ ਮੇਰੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ, ਬਸ ਤੂੰ ਹੀ ਜਾਣ ਨੂੰ ਤਿਆਰ। ਆਮੀਨ। ਕਹਿੰਦਾ ਸ਼ੈਤਾਨ ਸ਼ਰਮਿੰਦਾ ਹੋਊਗਾ, ਆਮੀਨ। ਤੂੰ ਨਹੀਂ ਸ਼ਰਮਿੰਦਾ ਹੋਵੇਂਗਾ। ਆਮੀਨ। ਕਹਿੰਦਾ ਲਾ ਕੇ ਕਰੂਸ ਤੇਲ ਜਾ ਕੇ ਚਲਿਆ ਜਾ, ਤੇਰਾ ਬਾਲ ਨਹੀਂ ਡੂੰਗਾ। ਆਮੀਨ। ਉਹ ਤੇਲ ਨਹੀਂ, ਕਹਿੰਦਾ ਮੇਰਾ ਪਵਿੱਤਰ ਲਹੂ ਆ, ਆਮੀਨ। ਜਿਹੜਾ ਮੈਂ ਕਹਿੰਦਾ ਸਲੀਬ ਤੇ ਬਹਾਇਆ ਆਮੀਨ। ਮੇਰੀ ਖਾਤਰ, ਇਸ ਦੁਨੀਆ ਦੀ ਖਾਤਰ। ਆਪਦੀ ਪਿੱਠ ਤੇ ਕੂੜੇ ਖਾਦੇ ਨੇ, ਹੱਥਾਂ ਪੈਰਾਂ 'ਚ ਕਿੱਲ ਖਾਦੇ, ਸਿਰ ਤੇ ਕੰਡਿਆਂ ਦਾ ਤਾਜ ਪਹਿਨਾਇਆ, ਕੱਲੇ ਕੱਲੇ ਅੰਗ ਤੇ ਸੱਟ ਖਾਦੀ ਉਹਨੇ, ਸ਼ੈਤਾਨ ਨੂੰ ਸਾਹਮਣੇ ਖੜਾ ਕੇ ਹਰਾ ਦਿੱਤਾ। ਕਹਿੰਦਾ ਲੂਸੀਫਰ ਦੇਖ, ਜਿਹੜੀਆਂ ਤੂੰ ਚਿੰਤਾ ਬੋਝ ਮੇਰੇ ਬੇਟੇ ਬੇਟੀਆਂ ਦੇ ਜੀਵਨ ਤੇ ਬਣਾਈਆਂ ਨੇ, ਕਹਿੰਦਾ ਚੱਕ ਮੈਂ ਕਰੂਸ ਤੇ ਲੈ ਗਿਆ। ਆਮੀਨ। 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 ਵਿਸ਼ਵਾਸ ਕਰ ਲਿਓ, ਕਹਿੰਦਾ ਮੇਰੇ ਤੇ ਮੈਂ ਤੀਜੇ ਦਿਨ ਬਾਹਰ ਆਉਂਗਾ ਕਿ ਮੇਰੇ ਬੇਟੇ ਬੇਟੀਆਂ ਜਿਹੜੇ ਮੈਨੂੰ ਤੁੱਛ ਸਮਝਦੇ ਆ ਵਿਸ਼ਵਾਸ ਕਰ ਲੈਣ ਕਿ ਜਿਉਂਦਾ ਪਰਮੇਸ਼ਵਰ ਯਿਸੂ ਆ। ਆਮੀਨ। ਉਹ ਕਹਿੰਦਾ ਅਪਾਸ ਰੱਖਦੇ ਜਦੋਂ ਤੁਸੀਂ ਵਰਤ ਰੱਖਦੇ ਹੋ, ਕਪਟੀਆਂ ਵਾਂਗ ਨਾ ਵਰਤ ਰੱਖੋ। ਅੱਜ ਹੀ ਕਹਿੰਦਾ ਜਿਹੜਾ ਵਰਤ ਰੱਖੋਗੇ ਤੁਸੀਂ, ਕਹਿੰਦਾ ਮੂੰਹ ਤੇ ਤੇਲ ਮੜੋ, ਕਪਟੀਆਂ ਵਾਂਗ ਨਾ ਦਿਖਾਵੇ ਵਾਸਤੇ ਨਾ ਵਰਤ ਰੱਖੋ ਕਿ ਮੇਰਾ ਤਾਂ ਅਪਾਸ ਰੱਖਿਆ, ਮੇਰਾ ਤਾਂ ਵਰਤ ਰੱਖਿਆ। ਯਿਸੂ ਮਸੀਹ ਨੂੰ ਪਤਾ ਹੋਣਾ ਚਾਹੀਦਾ ਕਿ ਤੇਰਾ ਅਪਾਸ ਰੱਖਿਆ, ਤੇਰਾ ਵਰਤ ਰੱਖਿਆ। ਵਰਤ ਰੱਖਣ ਦਾ ਇਹ ਨਹੀਂ ਮਤਲਬ ਕਿ ਦਿਖਾਵਾ ਕਰੋ ਕਿ ਮੇਰਾ ਵਰਤ ਰੱਖਿਆ। ਵਰਤ ਰੱਖਣ ਦਾ ਹੀ ਮਤਲਬ ਕਿ ਤੁਸੀਂ ਯਿਸੂ ਮਸੀਹ ਨਾਲ ਜੁੜੇ ਰਹੋ। ਆਮੀਨ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਨਾਲ ਜੁੜੇ ਰਹੋ। ਵਰਤ ਰੱਖਣ ਦਾ ਇਹੀ ਮਤਲਬ ਆ, ਉਪਵਾਸ ਰੱਖਣ ਦਾ ਇਹੀ ਮਤਲਬ ਆ ਕਿ ਅੱਜ ਦਾ ਦਿਨ ਮੈਂ ਕਿਸੇ ਨਾਲ ਜੁੜਨਾ ਨਹੀਂ, ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਅੱਜ ਦਾ ਦਿਨ ਮੈਂ ਯਿਸੂ ਮਸੀਹ ਨੂੰ ਦਿੱਤਾ ਵਾ। ਆਮੀਨ। 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 ਵਰਤ ਰੱਖਣ ਦਾ ਇਹੀ ਮਤਲਬ ਆ, ਉਪਵਾਸ ਰੱਖਣ ਦਾ ਇਹੀ ਮਤਲਬ ਆ ਕਿ ਅੱਜ ਦਾ ਦਿਨ ਮੈਂ ਕਿਸੇ ਕੰਮ ਤੇ ਨਹੀਂ ਲਾਉਣਾ, ਮੈਂ ਕੋਈ ਬਿਜ਼ਨਸ ਨਹੀਂ, ਕੋਈ ਕੰਮ ਨਹੀਂ ਕਰਨਾ। ਅੱਜ ਦਾ ਦਿਨ ਮੈਂ ਯਿਸੂ ਮਸੀਹ ਦੇ ਨਾਲ ਜੁੜ ਕੇ ਰਹਿਣਾ, ਮੈਂ ਅੱਜ ਯਿਸੂ ਮਸੀਹ ਦੇ ਨਾਲ ਗੱਲ ਕਰਨੀ ਆ। ਅੱਜ ਕਮਰੇ ਨੂੰ ਬੰਦ ਕਰ ਲਿਆ, ਜਿੰਨਾ ਚਿਰ ਮੇਰਾ ਯਿਸੂ ਮਸੀਹ ਗੱਲ ਨਹੀਂ ਕਰਦਾ ਮੈਂ ਕਮਰੇ ਚੋਂ ਬਾਹਰ ਨਹੀਂ ਨਿਕਲਦਾ। ਆਮੀਨ। 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 ਯਿਸੂ ਮਸੀਹ ਕਹਿੰਦਾ ਜਿਵੇਂ ਮੈਂ ਸਰਦਾਰ ਦੀ ਕੁੜੀ ਨੂੰ ਜਿਉਂਦਾ ਕੀਤਾ, ਤੁਹਾਡੇ ਬਿਜ਼ਨਸ ਵੀ ਖੋਲ ਲਓ। ਆਮੀਨ। ਅੱਗੇ ਪੜਾਂਗੇ। ਪਰ ਉਹ ਉਸ ਉੱਤੇ ਹੱਸੇ ਜਾਂ ਭੀੜ ਬਾਹਰ ਕੱਢੀ ਗਈ ਤਾਂ ਉਸਨੇ ਅੰਦਰ ਜਾ ਕੇ ਉਹਦਾ ਹੱਥ ਫੜਿਆ ਅਤੇ ਕੁੜੀ ਉੱਠੀ, ਔਰ ਇਹ ਖਬਰ ਉਸ ਸਾਰੇ ਦੇਸ਼ ਵਿੱਚ ਫੈਲ ਗਈ। ਤਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨੇ ਉਹਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਔਰ ਜਾਂ ਉਹ ਘਰ ਵਿੱਚ ਗਿਆ
ਤਾਂ ਉਹ ਅੰਨੇ ਉਹਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ, ਭਲਾ ਤੁਹਾਨੂੰ ਨੇਚਾ ਹੈ। ਭਲਾ ਤੁਹਾਨੂੰ ਨੇਚਾ ਹੈ। ਉਹ ਅੰਨਿਆਂ ਨੂੰ ਨੇਚਾ ਸੀ, ਵਿਸ਼ਵਾਸ ਸੀ ਕਿ ਯਿਸੂ ਮਸੀਹ ਜੇ ਤੁਸੀਂ ਸਾਡੇ ਤੇ ਹੱਥ ਰੱਖ ਕੇ ਪ੍ਰਾਰਥਨਾ ਕਰ ਦਵੋ ਤਾਂ ਅਸੀਂ ਦੇਖਣ ਲੱਗ ਜਾਾਂਗੇ। ਆਮੀਨ ਆਮੀਨ ਆਮੀਨ। ਉਸ ਅੰਨੇ ਉਹਦੇ ਪਿੱਛੇ ਪਿੱਛੇ ਦੌੜੇ, ਉਹਦੇ ਮਗਰ ਮਗਰ ਦੌੜੇ, ਹੇ ਯਿਸੂ ਨਾਸਰੀ, ਹੇ ਯਿਸੂ ਨਾਸਰੀ। ਕਹਿੰਦਾ ਯਿਸੂ ਮਸੀਹ ਕਹਿੰਦਾ ਤੁਹਾਨੂੰ ਨੇਚਾ ਹੈ, ਵਿਸ਼ਵਾਸ ਹੈ ਕਿ ਮੈਂ ਤੁਹਾਡੇ ਤੇ ਹੱਥ ਰੱਖੂੰਗਾ ਤਾਂ ਤੁਸੀਂ ਚੰਗੇ ਹੋ ਜਾਓਗੇ। ਪਰਮੇਸ਼ਵਰ ਤਾਂ ਚੰਗਾ ਕਰ ਸਕਦਾ ਸੀ। ਉਹ ਅੰਨੇ ਕਹਿੰਦੇ ਯਿਸੂ ਨਾਸਰੀ, ਦਾਊਦ ਦੀ ਸੁਲਤਾਨ, ਯਹੋਵਾ ਪਰਮੇਸ਼ਵਰ ਦਾ ਤੂੰ ਪਿਆਰਾ ਪੁੱਤਰ ਆ, ਤੈਨੂੰ ਸਾਰਾ ਕੁਝ ਪਤਾ, ਤੂੰ ਸਾਨੂੰ ਟਿਚਰਾਂ ਕਰਦਾ, ਤੂੰ ਸਾਨੂੰ ਮਖੌਲ ਕਰਦਾ, ਸਾਡੇ ਮੂੰਹ ਚੋਂ ਕਹਾਉਣਾ ਚਾਹਣਾ। ਕਹਿੰਦਾ ਤੂੰ ਚਾਹਣਾ, ਤੂੰ ਚਾਹੇ ਤਾਂ ਸਾਨੂੰ ਦੇਖਣ ਲਾ ਸਕਦਾ। ਆਮੀਨ। ਤੈਨੂੰ ਸਭ ਕੁਝ ਪਤਾ ਵਾ। ਕਹਿੰਦਾ ਤੂੰ ਸਾਨੂੰ ਪਰਖ ਰਿਹਾ ਵੀ ਤੁਹਾਨੂੰ ਨੇਚਾ ਹੈ, ਵਿਸ਼ਵਾਸ ਹੈ ਕਿ ਮੈਂ ਤੁਹਾਡੀ ਪ੍ਰਾਰਥਨਾ ਕਰੂੰਗਾ ਤਾਂ ਤੁਸੀਂ ਚੰਗੇ ਹੋ ਜਾਓਗੇ। ਕਹਿੰਦੇ ਤੈਨੂੰ ਸਭ ਕੁਝ ਪਤਾ, ਸਾਨੂੰ ਨੇਚਾ ਵਾ, ਸਾਨੂੰ ਵਿਸ਼ਵਾਸ ਆ, ਅਸੀਂ ਤਾਂ ਹੀ ਤੇਰੇ ਪਿੱਛੇ ਪਿੱਛੇ ਦੌੜੇ ਆ। ਆਮੀਨ। ਅਸੀਂ ਤਾਂ ਹੀ ਤੇਰੇ ਪਿੱਛੇ ਪਿੱਛੇ ਭੱਜੇ ਆ ਆਮੀਨ। ਕਿ ਜੇ ਤੂੰ ਸਾਡੇ ਵਾਸਤੇ ਪ੍ਰਾਰਥਨਾ ਕਰੇ, ਸਾਡੇ ਤੇ ਹੱਥ ਰੱਖੇ ਤਾਂ ਅਸੀਂ ਚੰਗੇ ਹੋ ਜਾਵਾਂਗੇ, ਆਮੀਨ। ਅਸੀਂ ਦੇਖਣ ਲੱਗ ਜਾਵਾਂਗੇ। ਆਮੀਨ। ਅੱਜ ਜਿੰਨਿਆਂ ਦਾ ਕੰਮ ਧੁੰਦਲਾ ਬਿਜ਼ਨਸ ਮਰਿਆ ਪਿਆ ਵਾ, ਯਿਸੂ ਮਸੀਹ ਦੇ ਅਭਿਸ਼ੇਕ ਨੂੰ ਲੈ ਲਓ, ਕਹਿੰਦਾ ਖੁੱਲ ਚੁੱਕਿਆ। ਆਮੀਨ। ਖੁੱਲ ਚੁੱਕਿਆ। ਆਮੀਨ। ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਵਾ, ਇਸ ਬਚਨ ਨੂੰ ਰਿਸੀਵ ਕਰੋ। ਇਸ ਵੀਡੀਓ ਦੇ ਦੁਆਰਾ ਹੀ ਤੁਸੀਂ ਚੈੱਕ ਕਰੋ, 3 ਦਿਨ ਤੋਂ ਬਾਅਦ ਜੇ ਤੁਹਾਡੀ ਰੋਸ਼ਨੀ ਖੁੱਲ ਚੁੱਕੀ ਹੈ। ਆਮੀਨ। ਜਦੋਂ ਪਰਮੇਸ਼ਵਰ ਕਹਿੰਦਾ ਤੁਹਾਨੂੰ ਨੇਚਾ ਹੈ, ਵਿਸ਼ਵਾਸ ਹੈ, ਕੀ ਕਹਿੰਦਾ ਪਰਮੇਸ਼ਵਰ? ਨੇਚਾ ਹੈ, ਵਿਸ਼ਵਾਸ ਹੈ ਕਿ ਮੈਂ ਜੇ ਤੁਹਾਡੀ ਪ੍ਰਾਰਥਨਾ ਕਰਾਂ ਤਾਂ ਤੁਹਾਡਾ ਅੱਖਾਂ ਖੁੱਲ ਜਾਣਗੀਆਂ। ਔਰ ਸਾਨੂੰ ਬਿਲਕੁਲ ਨੇਚਾ, ਬਿਲਕੁਲ ਵਿਸ਼ਵਾਸ ਆ। ਅੱਗੇ ਵਧਾਂਗੇ ਆਪਾਂ। ਭਲਾ ਤੁਹਾਨੂੰ ਨੇਚਾ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ। ਉਹਨੂੰ ਆਖਿਆ, ਹਾਂ ਪ੍ਰਭੂ ਜੀ। ਤਦ ਉਹ ਉਹਨਾਂ ਦੀਆਂ ਅੱਖੀਆਂ ਨੂੰ ਸੂਹ ਕੇ ਬੋਲਿਆ, ਜਿਹੀ ਤੁਹਾਡੀ ਨੇਚਾ ਹੈ ਤੁਹਾਡੇ ਲਈ ਤੇਹਾ ਹੀ ਹੋਵੇਗਾ। ਆਮੀਨ। ਆਮੀਨ। ਕਹਿੰਦਾ ਜਿਹੇ ਤੁਹਾਡੀ ਨੇਚਾ ਹੈ ਤੁਹਾਡੇ ਲਈ ਤੇਹਾ ਹੀ ਹੋਵੇਗਾ। ਉਹਨਾਂ ਦੀ ਨੇਚਾ ਤੇ ਵਿਸ਼ਵਾਸ ਮਜ਼ਬੂਤ ਸੀ। ਉਹ ਕੀ ਹੋ ਗਏ ਫਿਰ? ਦੇਖਣ ਲੱਗ ਅੱਗੇ ਵਧਾਂਗੇ ਆਪਾਂ। ਅਤੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ। ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ। ਜਦੋਂ ਆਪਾਂ ਚਰਚ ਜਾਂਦੇ ਆ, ਪ੍ਰਭੂ ਦੇ ਘਰ ਜਾਂਦੇ ਆ, ਬਾਈਬਲ ਪੜ੍ਹਦੇ ਆ, ਬਚਨ ਪੜ੍ਹਦੇ ਆ, ਜਿਹੇ ਜੀ ਨੇਚਾ ਵਿਸ਼ਵਾਸ ਕਰਨਾ ਤੁਹਾਡੇ ਨਾਲ ਵੈਸਾ ਹੀ ਹੁੰਦਾ ਵਾ। ਆਮੀਨ। ਆਮੀਨ। ਕਈ ਵਾਰੀ ਆਪਾਂ ਬਚਨ ਪੜ੍ਹਦੇ ਆ, ਬਾਈਬਲ ਪੜ੍ਹਦੇ ਆ, ਪ੍ਰਾਰਥਨਾ ਕਰਦੇ ਆ, ਇੱਕ ਦਿਖਾਵੇ ਵਾਸਤੇ ਪ੍ਰਾਰਥਨਾ ਕਰਦੇ ਆ ਕਿ ਯਾਰ ਅੱਜ ਮਿਸ ਨਾ ਹੋ ਜੇ। ਪ੍ਰੋਫਟ ਜੀ ਨੇ ਕਿਹਾ ਸੀਗਾ ਕਿ ਦਿਹਾੜੀ 'ਚ 3 ਵਾਰੀ ਪ੍ਰਾਰਥਨਾ ਕਰਨੀਆਂ, ਕਰ ਦਈਏ। ਉਹ ਪ੍ਰਾਰਥਨਾ ਨਹੀਂ, ਉਹ ਦਿਲ ਤੋਂ ਪ੍ਰਾਰਥਨਾ ਕਰਨ ਨੂੰ ਕਹਿ ਰਿਹਾ। ਆਮੀਨ। ਕਹਿੰਦਾ ਦਿਲ ਤੋਂ ਪ੍ਰਾਰਥਨਾ ਕਰ, ਚਾਹੇ 1 ਵਾਰੀ ਉਹ ਕਰ ਲੈ, ਚਾਹੇ 5 ਮਿੰਟ ਦੀ ਉਹ ਕਰ ਲਾ, ਨੇਚਾ ਦੇ ਨਾਲ। ਅੱਜ ਹੀ ਤੇਰਾ ਜਿਹੜਾ ਰੁਕਿਆ ਹੋਇਆ ਕੰਮ ਖੁੱਲ ਜੂਗਾ। ਆਮੀਨ। ਅੱਜ ਹੀ ਤੇਰੇ ਬੱਚੇ ਜਿਹੜੇ ਤੇਰੇ ਕਹਿਣੇ ਚ ਨਹੀਂ, ਅੱਜ ਹੀ ਕਹਿਣੇ ਚ ਆ ਜਾਣਗੇ। ਆਮੀਨ। ਅੱਜ ਹੀ ਜਿਹੜੇ ਬੱਚੇ ਤੈਨੂੰ ਤਾਨੇ ਮਿਹਣੇ ਮਾਰਦੇ ਆ, ਤੂੰ ਕਹਿੰਦੇ ਮੇਰੇ ਬੱਚੇ ਬੜੇ ਦੁਖੀ ਆ, ਬੜੇ ਨਸ਼ਿਆਂ ਤੇ ਲੱਗੇ, ਬੜੇ ਮੇਰੇ ਕਹਿਣੇ ਚ ਨਹੀਂ ਹੈਗੇ, ਬੜੇ ਪੁੱਠੇ ਰਾਹ ਤੇ ਪੈ ਗਏ ਆ, ਉਹਨਾਂ ਤੇ ਕੇਸ ਪੈ ਗਏ ਆ, ਸਾਡੇ ਕਹਿਣੇ ਚ ਨਹੀਂ ਹੈਗੇ, ਸਾਨੂੰ ਦੱਸਦੇ ਨਹੀਂ ਹੈਗੇ, ਰਾਤ ਨੂੰ ਪਤਾ ਨਹੀਂ ਕਿੰਨੇ ਵਜੇ ਆਉਂਦੇ ਆ, ਕਿੰਨੇ ਵਜੇ ਜਾਂਦੇ ਆ। ਮੈਂ ਆਪਦੇ ਬੱਚਿਆਂ ਤੋਂ ਬੜਾ ਪਰੇਸ਼ਾਨ ਆ, ਮੈਂ ਆਪਦੇ ਬੱਚਿਆਂ ਤੋਂ ਬੜਾ ਦੁਖੀ ਆ। ਅੱਜ ਹੀ ਤੁਹਾਡੇ ਕਹਿਣੇ ਚ ਹੋ ਜਾਣਗੇ। ਆਮੀਨ। ਅੱਜ ਹੀ ਜਿਹੜੇ ਕੰਮ ਬੜੇ ਚਿਰ ਤੋਂ ਵੇਟ ਕਰ ਰਹੇ ਆ, ਅੱਜ ਹੀ ਖੁੱਲ ਜਾਣਗੇ। ਆਮੀਨ। ਨਾ ਚਿੰਤਾ ਕਰ, ਨਾ ਬੋਝ ਰੱਖ ਕਿ ਕਿਵੇਂ ਅਸੀਂ ਕਰਜ਼ਾ ਲਾਵਾਂਗੇ, ਕਿਵੇਂ ਅਸੀਂ ਖਾਵਾਂਗੇ, ਕਿਵੇਂ ਪੀਵਾਂਗੇ। ਕਹਿੰਦਾ ਉਸ ਪੰਛੀਆਂ ਕਨੀ ਨਿਗਾਹ ਮਾਰ, ਜਾਂ ਬੀਜਦੇ ਆ ਨਾ ਵੱਢਦੇ ਆ, ਉਹ ਵੀ ਕਹਿੰਦਾ ਖਾ ਕੇ ਜਾਂਦੇ ਆ। ਆਮੀਨ। ਆਮੀਨ। ਅੱਗੇ ਵਧਾਂਗੇ। ਤਾਂ ਯਿਸੂ ਨੇ ਤਗੀਦ ਨਾਲ ਉਹਨਾਂ ਨੂੰ ਆਖਿਆ, ਖਬਰਦਾਰ ਕੋਈ ਨਾ ਜਾਣੇ। ਪਰ ਉਹਨਾਂ ਨੇ ਨਿਕਲ ਕੇ ਉਸ ਸਾਰੇ ਦੇਸ਼ ਵਿੱਚ ਉਸ ਦਾ ਜਸ ਖੰਡਾਇਆ। ਫਿਰ ਉਹਨਾਂ ਨੇ ਬਾਹਰ ਨਿਕਲਦਿਆਂ ਹੀ ਵੇਖੋ ਇੱਕ ਗੁੰਗੇ ਨੂੰ, ਜਿਹਨੂੰ ਭੂਤ ਚਿੰਬੜਿਆ ਹੋਇਆ ਸੀ, ਉਹਦੇ ਕੋਲ ਲਿਆਏ। ਅਤੇ ਜਦ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ, ਭਾਈ ਇਸਰਾਏਲ ਵਿੱਚ ਇਸ ਪ੍ਰਕਾਰ ਕਦੀ ਨਹੀਂ ਵੇਖਿਆ। ਹਾਲੇਲੂਇਆ। ਹਾਲੇਲੂਇਆ। ਲੋਕ ਹੈਰਾਨ ਹੋ ਗਏ ਕਿ ਇਸ ਪ੍ਰਕਾਰ ਕਦੇ ਨਹੀਂ ਦੇਖਿਆ। ਕਿ ਯਿਸੂ ਮਸੀਹ ਨੇ ਕਿਹਾ ਗੁੰਗੇ ਨੂੰ ਬੋਲ ਪਾ, ਤਾਂ ਗੁੰਗਾ ਬੋਲਣ ਲੱਗ ਗਿਆ। ਆਮੀਨ। ਅੰਨੇ ਨੂੰ ਕਿਹਾ ਤੁਸੀਂ ਚੰਗੇ ਹੋ ਜਾਓ, ਮੈਂ ਚਾਹੁੰਦਾ ਵਾਂ ਤੁਹਾਡੀਆਂ ਅੱਖਾਂ ਖੁੱਲ ਜਾਣ, ਤੁਸੀਂ ਸਜਾਕੇ ਹੋ ਜਾਓ। ਆਮੀਨ। ਤਾਂ ਉਹ ਅੰਨੇ ਦੇਖਣ ਲੱਗ ਗਏ। ਆਮੀਨ। ਯਿਸੂ ਮਸੀਹ ਦਾ ਉਦੋਂ ਕੀ ਹੋ ਗਿਆ? ਹੜ ਆ ਗਿਆ। ਹਰ ਇੱਕ ਦੇ ਮੂੰਹ ਦੇ ਉੱਤੇ, ਹਰ ਇੱਕ ਦੇ ਆਵਾਜ਼ ਦੇ ਉੱਤੇ
ਕੋਈ ਡਾਕਟਰ ਕੋਲ ਨਹੀਂ ਜਾਂਦਾ ਸੀ, ਕਹਿੰਦੇ ਸੀ ਨਹੀਂ ਅਸੀਂ ਤਾਂ ਯਿਸੂ ਮਸੀਹ ਕੋਲ ਜਾਵਾਂਗੇ, ਸਾਡਾ ਉਹੀ ਡਾਕਟਰਾਂ ਦਾ ਡਾਕਟਰ, ਉਹੀ ਵੈਦਾਂ ਦਾ ਵੈਦਾ, ਉਹੀ ਸਾਡੇ ਮਿਰਗੀ ਦਾ ਦੌਰਾ ਖਤਮ ਕਰੂਗਾ, ਆਮੀਨ। ਉਹੀ ਸਾਡਾ ਤਾਪ ਲਾਊਗਾ, ਉਹੀ ਸਾਡਾ ਬੁਖਾਰ ਲਾਊਗਾ, ਉਹੀ ਕਰੋਨਾ ਦੇ ਵਾਇਰਸ ਨੂੰ ਸਾਡੇ ਵਿੱਚੋਂ ਕੱਢੂਗਾ। ਆਮੀਨ। ਆਮੀਨ। ਡਾਕਟਰ ਨਹੀਂ ਕੱਢ ਸਕਦੇ, ਉਸ ਡਾਕਟਰਾਂ ਦਾ ਡਾਕਟਰ, ਵੈਦਾਂ ਦਾ ਵੈਦ ਅੱਜ ਯਿਸੂ ਮਸੀਹ ਸਾਨੂੰ ਚੰਗਾ ਕਰੂਗਾ। ਆਮੀਨ। 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 ਤਾਂ ਉਸ ਗੁੰਗੇ ਦੇ ਵਿੱਚੋਂ ਭੂਤ ਕੱਢੇ, ਜਿਹੜੇ ਆਤਮਾ ਦੇ ਅੰਦਰ ਬੜੀ ਬੈਠੀ ਸੀ, ਉਹਨੂੰ ਬੋਲਣ ਨਹੀਂ ਦਿੰਦੀ ਸੀ, ਤਾਂ ਗੁੰਗਾ ਬੋਲਣ ਲੱਗ ਗਿਆ। ਆਮੀਨ। ਅੱਗੇ ਵਧਾਂਗੇ। ਪਰ ਫਰੀਸੀਆਂ ਨੇ ਕਿਹਾ ਉਹ ਤਾਂ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ। ਅਤੇ ਜਾਂ ਉਹਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂ ਜੋ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਇਜਾਲੀ ਨਾ ਹੋਵੇ, ਉਹ ਲੋਕ ਮਾੜੇ ਹਾਲ ਅਤੇ ਡਾਵਾਂਡੋਲ ਫਿਰਦੇ ਸਨ। ਹਾਲੇਲੂਇਆ। ਹਾਲੇਲੂਇਆ। ਜਿਨ੍ਹਾਂ ਦਾ ਯਾਲੀ ਮਾੜਾ ਹੋਵੇ, ਉਹ ਭੇਡਾਂ ਜਿਹੜੀਆਂ ਡਾਵਾਂਡੋਲ ਹੋ ਜਾਂ ਫਿਰਦੀਆਂ ਸੀ, ਅਸੀਂ ਬੜੇ ਚਿਰ ਤੋਂ ਲੱਗੇ ਹੋਏ ਆ ਪ੍ਰਭੂ ਤੇਰੇ ਮਗਰ, ਸਾਡਾ ਕੋਈ ਕੰਮ ਨਹੀਂ ਬਣਦਾ, ਸਾਡਾ ਕੋਈ ਕੰਮ ਨਹੀਂ ਬਣਦਾ। ਯਿਸੂ ਨਾਸਰੀ ਉਸ ਨਗਰ ਦੇ ਵਿੱਚ ਗਿਆ ਤਾਂ ਜਿਨ੍ਹਾਂ ਦੇ ਮੂੰਹ ਦੀ ਸਮੈਲ ਖਤਮ ਹੋਈ ਸੀ, ਪਰਮੇਸ਼ਵਰ ਨੇ ਦਵਾਈ ਦਿੱਤੀ। ਆਮੀਨ। 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 ਬੜੇ ਚਿਰਾਂ ਤੋਂ ਪਰੇਸ਼ਾਨ ਸੀ, ਦੁਖੀ ਸੀ, ਭੂਤਾਂ ਦੇ ਜਕੜੇ ਹੋਏ। ਉਸ ਲੋਕ ਕਹਿੰਦੇ ਇਹ ਸ਼ੈਤਾਨੀ ਤਾਕਤਾਂ ਦੇ ਨਾਲ ਭੂਤਾਂ ਨੂੰ ਕੱਢਦਾ ਵਾ। ਕੀ ਕਹਿੰਦੇ? ਸ਼ੈਤਾਨੀ ਤਾਕਤਾਂ ਦੇ ਨਾਲ ਭੂਤਾਂ ਨੂੰ ਕੱਢਦਾ ਵਾ। ਸ਼ੈਤਾਨ ਦੀ ਤਾਕਤ ਲੈਂਦਾ ਵਾ ਇਹ। ਸ਼ੈਤਾਨ ਚਾਹੁੰਦਾ ਵਾ ਕਿ ਗੁੰਗਾ ਬੋਲਣ ਲੱਗ ਜੇ, ਜਿਵੇਂ ਲੌਂਗੋਵਾਲ ਦੇ ਵਿੱਚ ਗੁੰਗਾ ਬੋਲਣ ਲੱਗ ਗਿਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਲੌਂਗੋਵਾਲ ਦੇ ਵਿੱਚ ਇੱਕ ਜਕੜਿਆ ਹੋਇਆ ਲੱਕ ਦਾ ਆਜ਼ਾਦ ਹੋ ਗਿਆ। ਆਮੀਨ। ਪਰਮੇਸ਼ਵਰ ਦੀ ਸਾਮਰਥ ਦੇ ਦੁਆਰਾ ਹੁੰਦੇ ਆ ਇਹ, ਕਿਸੇ ਧਾਗੇ ਤਵੀਤ ਦੀ ਸਾਮਰਥ ਦੇ ਦੁਆਰਾ ਨਹੀਂ ਹੁੰਦੇ। ਹਾਲੇਲੂਇਆ। ਹਾਲੇਲੂਇਆ। ਇਸ ਲੋਕ ਸੋਚ ਲੈਂਦੇ ਆ ਐ ਕਿਵੇਂ ਹੋ ਜਾਂਦਾ, ਐ ਕਿਵੇਂ ਹੁੰਦਾ। ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਲੰਗੜੇ ਚੱਲਣ ਲੱਗ ਜਾਂਦੇ ਆਮੀਨ। ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁੱਲ ਜਾਂਦੇ ਆ ਕੰਮ। ਆਮੀਨ। ਯਿਸੂ ਮਸੀਹ ਦੇ ਨਾਮ ਦੇ ਵਿੱਚ ਬੀਜੇ ਆ ਜਾਂਦੇ ਆ। ਆਮੀਨ। ਇੱਕ ਸ਼ੈਤਾਨ ਨੇ ਕਿਹਾ ਕਿ ਜਾ ਤੇਰਾ ਵੀਜ਼ਾ ਆ ਗਿਆ, ਟੈਚੀ ਲੈ ਕੇ ਰੱਖ, ਤੇਰਾ ਵੀਜ਼ਾ ਆ ਗਿਆ। ਲੋਕ ਹੈਰਾਨ ਹੋ ਗਏ। ਸ਼ੈਤਾਨ ਤਾਂ ਚਾਹੁੰਦਾ ਨਹੀਂ ਹੈਗਾ ਕਿ ਇੰਨੇ ਸਾਲਾਂ ਤੋਂ ਵੀਜ਼ਾ ਰੁਕਿਆ ਹੋਇਆ, ਕਿ ਮੈਂ ਤਾਂ ਰੋਕ ਕੇ ਰੱਖਿਆ ਹੋਇਆ। ਮੈਂ ਕਹਿ ਦੂੰਗਾ, ਸ਼ੈਤਾਨ ਕਹਿ ਦੂੰਗਾ ਕਿ ਮੈਂ ਹੀ ਰੋਕ ਕੇ ਰੱਖਿਆ ਹੋਇਆ, ਕਿ ਲਵਾ ਦਈਏ ਵੀਜ਼ਾ ਹੁਣ। ਨਹੀਂ, ਯਿਸੂ ਮਸੀਹ ਨੇ ਕਿਹਾ, ਕਹਿੰਦਾ ਜਾ ਤੂੰ ਆਜ਼ਾਦ ਹੋ ਚੁੱਕੀ ਆ। ਆਮੀਨ। ਸ਼ੈਤਾਨ ਦੇ ਕੰਨ ਤੇ ਮਾਰੀ, ਕਹਿੰਦਾ ਸੱਟ ਇਹਦੇ ਪਾਸਪੋਰਟ ਨੂੰ, ਇਹਦੀ ਖੁਸ਼ੀ ਰੋਕ ਕੇ ਰੱਖੀ ਹੋਈ ਆ। ਕਹਿੰਦਾ ਜਾ ਬੇਟੀ ਤੂੰ ਅੱਜ ਆਜ਼ਾਦ ਹੋ ਗਈ, ਤੇਰਾ ਵੀਜ਼ਾ ਆ ਗਿਆ। ਆਮੀਨ। ਜਦ ਤਿੰਨ ਦਿਨਾਂ ਚ ਪਰਮੇਸ਼ਵਰ ਨੇ ਵੀਜ਼ਾ ਲਿਆ। ਆਮੀਨ। ਇੱਕ ਭੈਣ ਜਕੜੀ ਹੋਈ ਸੀ, ਲੱਕ ਤੇ ਐਡੀ ਵੱਡੀ ਬੈਲਟ ਬੰਨੀ ਹੋਈ, ਕਹਾਂ ਤੱਕ ਉਹਦੇ, ਉਹ ਦਿਖਾਵਾਂਗੇ YouTube ਤੇ ਸਾਨੂੰ ਗਵਾਹੀ। ਲੌਂਗੋਵਾਲ ਦੇ ਵਿੱਚ ਪਰਮੇਸ਼ਵਰ ਨੇ ਬੜੇ ਵੱਡੇ ਚਮਤਕਾਰ ਕੀਤੇ। ਆਮੀਨ। ਭੂਤਾਂ ਦੇ ਜਕੜੇ ਹੋਏ ਆਜ਼ਾਦ ਹੋਏ। ਆਮੀਨ। ਜਿਹੜੀਆਂ ਮੱਟੀਆਂ ਨੂੰ ਮੰਨਦੇ ਆ, ਜਗ੍ਹਾ ਨੂੰ ਮੰਨਦੇ ਆ, ਉਹ ਮੂਹਰੇ ਆ ਗਈਆਂ, ਕਹਿੰਦੀ ਇਹ ਤਾਂ ਸਾਡਾ ਬੰਨਿਆ ਹੋਇਆ, ਸਾਨੂੰ ਮੰਨਦੇ ਆ ਇਹ। ਯਿਸੂ ਮਸੀਹ ਕਹਿੰਦਾ ਚੱਲ ਮੈਂ ਹੁਣ ਆਇਆ ਹੋਇਆ ਇੱਥੇ, ਨਿਕਲ। ਆਮੀਨ। ਜਿਵੇਂ ਗਲੀਲ ਦੇ ਵਿੱਚ ਗਿਆ ਨਾ, ਯਿਸੂ ਮਸੀਹ ਕਹਿੰਦਾ ਨਿਕਲੋ ਨਿਕਲੋ ਨਿਕਲੋ, ਹੁਣ ਮੈਂ ਆ ਗਿਆ ਇੱਥੇ। ਆਮੀਨ। ਇਸੇ ਤਰ੍ਹਾਂ ਇਸ ਬਹਾਦਰਪੁਰ ਦੇ ਵਿੱਚ ਯਿਸੂ ਨਾਸਰੀ ਦਾ ਅਭਿਸ਼ੇਕ ਆਇਆ। ਆਮੀਨ। ਉਹਦਾ ਜਲਾਲ ਆਇਆ ਹੋਇਆ। ਆਮੀਨ। ਉਹ ਅਭਿਸ਼ੇਕ ਜਲਾਲ ਦੇ ਦੁਆਰਾ ਸ਼ੈਤਾਨ ਦੀ ਔਕਾਤ ਖਤਮ ਹੁੰਦੀ ਹੈ। ਆਮੀਨ। 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 ਉਹਦਾ ਹੜ ਆ ਗਿਆ ਨੇੜੇ ਯਿਸੂ ਮਸੀਹ ਦਾ। ਆਮੀਨ। ਉਹ ਕਹਿੰਦਾ ਸ਼ੈਤਾਨ ਸ਼ਰਮਿੰਦਾ ਹੋਊਗਾ। ਆਮੀਨ। ਸ਼ੈਤਾਨ ਸ਼ਰਮਿੰਦਾ ਹੋਊਗਾ। ਆਮੀਨ। ਜਿਹਨੇ ਤੁਹਾਡੇ ਬਿਜ਼ਨਸ ਨੂੰ ਸ਼ੈਤਾਨ ਨੇ ਬੰਨੇ ਹੋਏ ਸੀ, ਬੰਦ ਕੀਤੇ ਹੋਏ ਸੀ, ਉਹ ਖੁੱਲਣਗੇ। ਆਮੀਨ। ਯਿਸੂ ਦੇ ਨਾਮ ਚੋਂ ਬਿਜ਼ਨਸ ਖੁੱਲਣਗੇ। ਆਮੀਨ। ਕਹਿੰਦਾ ਤੁਸੀਂ ਹਲਾ ਕੇ ਦਬਾ ਕੇ ਕਹਿੰਦਾ ਨਾਪ ਲਿਓ, ਜਿੱਦਾਂ ਕਹਿੰਦਾ ਤੁਸੀਂ ਮੈਨੂੰ ਨਾਪਦੇ ਹੋ ਉਸੇ ਤਰ੍ਹਾਂ ਤੁਹਾਨੂੰ ਨਾਪਿਆ ਜਾਊਗਾ। ਆਮੀਨ। ਪਰਮੇਸ਼ਵਰ ਕਹਿ ਰਿਹਾ ਇਹ, ਜਦੋਂ ਕੋਈ ਦਾਨ ਨੂੰ ਦਸਵੰਧ ਨੂੰ ਤੁਸੀਂ ਦਿੰਦੇ ਹੋ ਤਾਂ ਪਰਮੇਸ਼ਵਰ ਕਹਿੰਦਾ ਉਸੇ ਤਰ੍ਹਾਂ ਦਾ ਹੀ ਮੈਂ ਤੁਹਾਨੂੰ ਦਊਂਗਾ। ਆਮੀਨ। 30 ਗੁਣਾ ਨਹੀਂ, 60 ਗੁਣਾ ਨਹੀਂ, ਕਹਿੰਦਾ 100 ਗੁਣਾ ਦਊਂਗਾ। ਆਮੀਨ। ਜੇ ਤੁਸੀਂ ਮੇਰੇ ਕਨੀ ਨੂੰ 2 ਕਦਮ ਵਧਾਵੋ ਤਾਂ ਕਹਿੰਦਾ ਮੈਂ ਤੁਹਾਡੇ ਕਨੀ ਨੂੰ 4 ਕਦਮ ਆਮੀਨ। ਯਿਸੂ ਮਸੀਹ ਕਹਿੰਦਾ ਹੈ। ਆਮੀਨ। 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 ਉਹ ਕਹਿੰਦਾ ਮੈਂ ਹਰੇਕ ਧਰਮ ਨਾਲ ਪਿਆਰ ਕਰਦਾ। ਇਹ ਨਾ ਸੋਚੋ ਕਿ ਯਿਸੂ ਮਸੀਹ ਸਿਰਫ ਕ੍ਰਿਸਚਨਾਂ ਦਾ ਹੀ ਆ, ਈਸਾਈਆਂ ਦਾ ਹੀ ਆ। ਉਹ ਪਰਮੇਸ਼ਵਰ ਸਾਰਿਆਂ ਦਾ ਵਾ। ਆਮੀਨ। ਉਸ ਆਪਾਂ ਸੋਚ ਜਾਂਦੇ ਆ ਕਈ ਵੀ ਉਹਦਾ ਗੋਰਿਆਂ ਦਾ ਗੁਰੂ ਆ ਯਾਰ, ਇਹ ਤਾਂ ਐਵੇਂ ਇੱਧਰ ਲੋਕਾਂ ਨੇ ਪਤਾ ਨਹੀਂ ਕੀ ਕੀਤਾ ਹੋਇਆ। ਬਸ ਜਦੋਂ ਤੁਸੀਂ ਯਿਸੂ ਦਾ ਨਾਮ ਲੈ ਦਿੰਦੇ ਆ ਉਦੋਂ ਖਿਚੜੀ ਪੱਕ ਪੈਂਦੀ ਆ। ਯਿਸੂ ਉਹਦਾ ਹਾਲੇਲੂਇਆ ਵਾਲੇ ਆ, ਹਾਲੇਲੂਇਆ ਵਾਲੀ ਆਵਾਜ਼ ਆ ਜਿਹੜੀ
ਕਿਸੇ ਇਨਸਾਨ ਨੇ ਨਹੀਂ ਬਣਾਈ ਹੈਗੀ ਇਹ ਕੋਈ ਉਰਦੂ ਦਾ ਲਫ਼ਜ਼ ਨਹੀਂ ਹੈਗਾ ਕਿ ਕਿਸੇ ਨੇ ਐਵੇਂ ਸਾਫਤਾ। ਹਾਲੇਲੂਇਆ। ਇਹ ਸਵਰਗੀ ਬੋਲੀ ਆ ਜਿਹੜੀ ਫਰਿਸ਼ਤੇ ਬੋਲਦੇ ਆ। ਆਮੀਨ। ਜਿਹੜੇ ਸਵਰਗ ਦੇ ਵਿੱਚ ਫਰਿਸ਼ਤੇ ਬੋਲਦੇ ਆ ਹਾਲੇਲੂਇਆ 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 ਬੋਲਣ ਦੇ ਨਾਲ ਦੁੱਖ ਦੂਰ ਹੋ ਜਾਂਦੇ ਆ। ਆਮੀਨ। ਗੁੰਗੇ ਬੋਲਣ ਲੱਗ ਜਾਂਦੇ ਆਮੀਨ। ਬਹਿਰੇ ਸੁਣਨ ਲੱਗ ਜਾਂਦੇ ਆਮੀਨ। ਹਾਲੇਲੂਇਆ ਬੋਲਣ ਦੇ ਨਾਲ ਲੰਗੜੇ ਚੱਲਣ ਲੱਗ ਜਾਂਦੇ ਆਮੀਨ। ਤੁਹਾਡੇ ਪੈਸੇ ਰੁਕੇ ਹੁੰਦੇ ਆ ਜਿਹੜੇ ਅਕਾਊਂਟ ਦੇ ਵਿੱਚ ਹਾਲੇਲੂਇਆ ਬੋਲਣ ਨਾਲ ਉਹ ਖੁੱਲ ਜਾਂਦੇ ਆ। ਆਮੀਨ। ਹਾਲੇਲੂਇਆ ਬੋਲਣ ਨਾਲ ਵੀਜ਼ੇ ਨਿਕਲ ਜਾਂਦੇ ਆ। ਆਮੀਨ। ਹਾਲੇਲੂਇਆ ਬੋਲਣ ਨਾਲ ਤੁਹਾਡੇ ਬੱਚੇ ਆ ਜਿਹੜੇ ਨਿਕੰਮੇ ਆ ਉਹ ਪੜ੍ਹਾਈ ਦੇ ਵਿੱਚ ਤੇਜ਼ ਹੋ ਜਾਂਦੇ ਆ। ਆਮੀਨ। ਹਾਲੇਲੂਇਆ ਵਿੱਚ ਐਡੀ ਵੱਡੀ ਪਾਵਰ ਆ। ਆਮੀਨ। ਜਦੋਂ ਤੁਸੀਂ ਸੱਚੇ ਮਨ ਨਾਲ 7 ਵਾਰੀ ਹਾਲੇਲੂਇਆ ਦਾ ਨਾਰਾ ਲਾ ਕੇ ਜਾਂਦੇ ਹੋ ਤਾਂ ਸ਼ੈਤਾਨ ਤੁਹਾਡੇ ਦਰ ਚ ਨਹੀਂ ਫੜ ਸਕਦਾ। ਆਮੀਨ। ਤੁਹਾਡੇ ਰਾਹ 'ਚ ਨਹੀਂ ਖੜ ਸਕਦਾ। ਆਮੀਨ। ਕਿਉਂਕਿ ਹਾਲੇਲੂਇਆ ਵਿੱਚ ਵੱਡੀ ਪਾਵਰ ਆ। ਆਮੀਨ। ਉਸ ਪਾਵਰ ਨੂੰ ਲੈਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਵਾ? ਮੂੰਹ ਚੋਂ ਬੋਲਣਾ ਪੈਣਾ ਕਿ ਯਾਰ ਮੈਂ ਤਾਂ ਕਦੇ ਬੋਲਿਆ ਹੀ ਨਹੀਂ ਹੈਗਾ, ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਇੱਕ ਭਾਈ ਮੈਨੂੰ ਕਹਿੰਦਾ, ਉਹ ਭਾਈ ਜਿਹੜਾ ਸਰਦਾਰ ਦੀ ਮੈਂ ਗੱਲ ਕਰਦਾ ਸੀਗਾ, ਉਹ ਬੰਦਾ ਸਰਦਾਰ ਜਿਹੜਾ ਪਿਆ ਸੀਗਾ ਹਸਪਤਾਲ ਦੇ ਵਿੱਚ, ਜਿਹੜਾ ਪਰਮੇਸ਼ਵਰ ਨੇ ਚੰਗਾ ਕੀਤਾ, ਉਹ ਕਹਿੰਦਾ ਮੈਨੂੰ ਇੱਕ ਸਾਡੇ ਪਿੰਡ ਚੋਂ ਫੋਨ ਆਇਆ, ਉਹ ਕਹਿੰਦਾ ਯਾਰ ਮੈਨੂੰ ਅੱਜ ਸਿਖਾ ਕੇ ਜਾਈ, ਮੈਂ ਬਿਮਾਰ ਬਹੁਤ ਆ, ਪਤਾ ਨਹੀਂ ਮੈਨੂੰ ਕੀ ਕੋਈ ਪੇਟ ਦੀ ਸਮੱਸਿਆ ਸੀ ਉਹਨੂੰ, ਕਹਿੰਦਾ ਅੱਜ ਮੈਨੂੰ ਸਿਖਾ ਕੇ ਜਾਈ, ਉਹ ਮੈਂ ਬੋਲਿਆ ਕਰਨਾ ਵਾ ਹਾਲੇਲੂਇਆ। ਉਹ ਕਹਿੰਦਾ ਮੈਨੂੰ ਸਿਖਾਉਣ ਗਿਆ, ਕਹਿੰਦਾ ਉਹ ਸਿਖਾਉਂਦੇ ਸਿਖਾਉਂਦੇ ਹੀ ਚੰਗਾ ਹੋ ਗਿਆ। ਆਮੀਨ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਉਹ ਸਿਖਾਉਂਦੇ ਸਿਖਾਉਂਦੇ ਹੀ ਚੰਗਾ ਹੋ ਗਿਆ। ਹਾਲੇਲੂਇਆ ਵਿੱਚ ਐਡੀ ਵੱਡੀ ਪਾਵਰ ਆ। ਆਮੀਨ। ਆਓ ਆਪਾਂ ਪ੍ਰਾਰਥਨਾ ਦੇ ਵਿੱਚ ਆਵਾਂਗੇ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਵਾਂਗੇ। ਧੰਨਵਾਦ ਕਰਦੇ ਹਾਂ ਅਨੁਗ੍ਰਹਿ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਤੁਸੀਂ ਧੰਨਵਾਦ ਦੇ ਯੋਗ ਹੋ, ਤੁਸੀਂ ਮਹਿਮਾ ਦੇ ਯੋਗ ਹੋ, ਤੁਸੀਂ ਵਡਿਆਈ ਦੇ ਯੋਗ ਹੋ ਪਿਤਾ ਪਰਮੇਸ਼ਵਰ। ਅਨੁਗ੍ਰਹਿ ਪਰਮੇਸ਼ਵਰ, ਜਿੰਨੇ ਤੇਰੇ ਬੇਟੇ ਬੇਟੀਆਂ ਨੇ ਬਚਨ ਸੁਣਦੇ ਆ ਪ੍ਰਭੂ, ਇਸ ਵੀਡੀਓ ਨੂੰ ਦੇਖ ਰਹੇ ਆ, ਅੱਜ ਤੇਰੀ ਦਇਆ ਕਿਰਪਾ ਸਭ ਦੇ ਉੱਤੇ ਹੋਵੇ। ਆਮੀਨ। ਅਨੁਗ੍ਰਹਿ ਪਰਮੇਸ਼ਵਰ, ਅਸੀਂ ਦਿਲ ਤੋਂ ਪ੍ਰਾਰਥਨਾ ਕਰਦੇ ਆ, ਇਸ ਹੱਥ ਦੇ ਦੁਆਰਾ ਪ੍ਰਭੂ, ਇਸ ਹੱਥ ਦੇ ਵਿੱਚੋਂ ਤੇਰਾ ਅਭਿਸ਼ੇਕ ਨਿਕਲੇ, ਆਮੀਨ। ਤੇਰਾ ਜਲਾਲ ਨਿਕਲੇ, ਆਮੀਨ। ਤੇਰੇ ਜਲਾਲ ਤੇਰੇ ਅਭਿਸ਼ੇਕ ਦੇ ਦੁਆਰਾ ਸ਼ੈਤਾਨ ਦਾ ਜੂੜਾ ਟੁੱਟੇ। ਆਮੀਨ। ਅਨੁਗ੍ਰਹਿ ਪਰਮੇਸ਼ਵਰ, ਜਿੰਨੇ ਇਹਨਾਂ ਦੇ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਬਣਾਈਆਂ ਸ਼ੈਤਾਨ ਨੇ, ਤੇਰੇ ਅਭਿਸ਼ੇਕ ਤੇਰੇ ਜਲਾਲ ਦੇ ਦੁਆਰਾ ਉਹ ਖਤਮ ਹੋ ਜਾਣ। ਆਮੀਨ। ਅਨੁਗ੍ਰਹਿ ਪਰਮੇਸ਼ਵਰ, ਤੇਰੇ ਜਲਾਲ ਦੇ ਦੁਆਰਾ, ਤੇਰੇ ਅਭਿਸ਼ੇਕ ਦੇ ਦੁਆਰਾ ਪ੍ਰਭੂ, ਉਹ ਅਭਿਸ਼ੇਕ ਜਿਹੜਾ ਸ਼ੈਤਾਨ ਦੀ ਬੇਟੀ ਨੂੰ ਜਿਉਂਦਾ ਕੀਤਾ ਤੂੰ, ਉਹ ਅਭਿਸ਼ੇਕ ਨੂੰ ਛੱਡਦੇ ਆ ਪ੍ਰਭੂ, ਉਹ ਜਲਾਲ ਨੂੰ ਛੱਡਦੇ ਆ ਪ੍ਰਭੂ, ਉਹ ਸ਼ਕਤੀ ਨੂੰ ਛੱਡਦੇ ਆ ਪ੍ਰਭੂ, ਜਿਹੜੀ ਸ਼ਕਤੀ ਦੇ ਨਾਲ ਪ੍ਰਭੂ ਉਹ 12 ਸਾਲ ਦੀ ਰੋਗਣ ਲਹੂ ਬਹਿਣ ਦੀ ਜਿਹਨੂੰ ਸਮੱਸਿਆ ਸੀ, ਤੇਰੀ ਸ਼ਕਤੀ ਦੇ ਨਾਲ ਜਿਹੜੀ ਚੰਗੀ ਹੋਈ, ਉਹ ਸ਼ਕਤੀ ਨੂੰ ਛੱਡਦੇ ਆ ਪ੍ਰਭੂ, ਉਹ ਅਭਿਸ਼ੇਕ ਨੂੰ ਛੱਡਦੇ ਆ ਪ੍ਰਭੂ। ਇਸ ਵੀਡੀਓ ਦੇ ਦੁਆਰਾ ਪ੍ਰਭੂ, ਵੀਡੀਓ ਨੂੰ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਦੇਖ ਰਿਹਾ, ਕੋਈ ਇੰਡੀਆ ਦੇ ਵਿੱਚੋਂ ਦੇਖ ਰਿਹਾ, ਕੋਈ ਸਾਊਦੀ ਅਰਬ ਚੋਂ ਦੇਖ ਰਿਹਾ, ਕੋਈ ਆਲ ਵਰਲਡ ਜਿੱਥੋਂ ਕਿਤੋਂ ਵੀ ਦੇਖ ਰਿਹਾ ਪ੍ਰਭੂ, ਅੱਜ ਤੇਰਾ ਅਭਿਸ਼ੇਕ, ਤੇਰਾ ਜਲਾਲ ਉਤਰੇ। ਤੇਰੇ ਅਭਿਸ਼ੇਕ ਜਲਾਲ ਦੇ ਦੁਆਰਾ ਇਹਨਾਂ ਦੇ ਬਿਜ਼ਨਸ ਖੁੱਲਣ, ਇਹਨਾਂ ਦੇ ਜੋ ਕੰਮ ਰੁਕੇ ਹੋਏ ਆ ਪ੍ਰਭੂ ਅੱਜ ਨਿਕਲੇ ਆਉਣ, ਅੱਜ ਜੋ ਬੰਧਨ ਜਿਹੜੇ ਸ਼ੈਤਾਨ ਨੇ ਬਣਾਏ ਆ ਖੁੱਲ ਜਾਣ। ਅਨੁਗ੍ਰਹਿ ਪਰਮੇਸ਼ਵਰ, ਤੇਰੇ ਨਾਮ ਚ ਪਾਵਰ ਆ, ਤੇਰਾ ਜਲਾਲ, ਤੇਰਾ ਅਭਿਸ਼ੇਕ ਛੱਡਦੇ ਆ, ਤੇਰੇ ਜਲਾਲ ਅਭਿਸ਼ੇਕ ਦੇ ਦੁਆਰਾ ਅੱਜ ਬੁਖਾਰ ਜਾਵੇ, ਖੰਘ ਜਾਵੇ, ਜ਼ੁਕਾਮ ਜਾਵੇ, ਜਿੰਨਿਆਂ ਨੂੰ ਬੁਖਾਰ ਆ ਉੱਤਰ ਨਹੀਂ ਰਿਹਾ, ਕੋਈ ਦੇਖ ਰਹੀ ਆ ਭੈਣ, ਉਹਨਾਂ ਦੇ ਘਰ ਦੇ ਵਿੱਚ ਬੁਖਾਰ ਆ, ਕੋਈ ਭੈਣ ਦੇਖ ਰਹੀ ਆ, ਬਹੁਤ ਦਵਾਈ ਦਵਾਈ ਉਹਨਾਂ ਨੇ, ਉਹਨਾਂ ਦੇ ਘਰ ਦੇ ਵਿੱਚ ਬੁਖਾਰ ਨਹੀਂ ਲੈ ਰਿਹਾ, ਰਿਸੀਵ ਕਰ ਭੈਣ, ਅੱਜ ਸੱਚਮੁੱਚ ਤੇਰੇ ਘਰ ਦੇ ਵਿੱਚੋਂ ਬੁਖਾਰ ਜਾ ਰਿਹਾ, ਤੇਰੇ ਘਰ ਦੇ ਵਿੱਚੋਂ ਬੁਖਾਰ ਜਾ ਰਿਹਾ, ਤੇਰੇ ਬੁਖਾਰ ਜਾ ਰਿਹਾ, ਅੱਜ ਪਰਮੇਸ਼ਵਰ ਦੇ ਜਲਾਲ ਦੇ ਦੁਆਰਾ ਬੁਖਾਰ ਜਾ ਰਿਹਾ। ਅਨੁਗ੍ਰਹਿ ਪਰਮੇਸ਼ਵਰ, ਅੱਜ ਕਿਸੇ ਵੀ ਤਰ੍ਹਾਂ ਦਾ ਬੁਖਾਰ ਵਾ, ਕਿਸੇ ਵੀ ਤਰ੍ਹਾਂ ਦਾ ਟਾਈਫਾਇਡ ਆ, ਅੱਜ ਤੇਰੇ ਨਾਮ ਚੁੜ ਜਾਵੇ। ਅਨੁਗ੍ਰਹਿ ਪਰਮੇਸ਼ਵਰ, ਤੂੰ ਬੜਾ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਆ, ਅੱਜ ਤੇਰੇ ਅਭਿਸ਼ੇਕ, ਤੇਰੇ ਜਲਾਲ ਦੇ ਦੁਆਰਾ ਜਿਹੜੀ ਅੱਖਾਂ ਦੀ ਸਮੱਸਿਆ ਅੱਜ ਉਹ ਨਿਕਲ ਜੇ। ਪਿਤਾ ਪਰਮੇਸ਼ਵਰ, ਤੂੰ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ, ਤੇਰੀ ਦਇਆ ਹੋਵੇ ਪ੍ਰਭੂ, ਅੱਜ ਹਰੇਕ ਤੇ ਤੇਰੀ ਦਇਆ ਹੋਵੇ, ਅੱਜ ਦਰਦਾਂ ਜਾਣ ਹੋ, ਜਿਹੜੀਆਂ ਸ਼ੈਤਾਨ ਨੇ ਦਰਦਾਂ ਪੀੜਾਂ ਇਹਨਾਂ ਦੇ ਜੀਵਨ ਚ ਬਣਾਈਆਂ ਨੇ, ਗੋਡਿਆਂ ਦਾ ਦਰਦ, ਪਿੱਠ ਦਾ ਦਰਦ, ਸਿਰ ਦਾ ਦਰਦ, ਨਿਕਲ ਜਾ ਯਿਸੂ, ਆਊਟ ਹੋ ਜਾ ਯਿਸੂ ਦੇ ਨਾਮ, ਫ੍ਰੀ ਕਰ ਦੇ ਬੋਡੀ ਨੂੰ, ਆਦੇਸ਼ ਕਰਦਾ ਮੈਂ ਤੈਨੂੰ ਯਿਸੂ ਦੇ ਨਾਮ ਦੇ ਵਿੱਚ, ਨਿਕਲ ਸਰਵੈਕਰ ਵਾਲੀ ਗੰਦੀ ਆਤਮਾ, ਥਾਇਰਾਇਡ ਵਾਲੀ ਗੰਦੀ ਆਤਮਾ ਨਿਕਲ ਜਾ, ਨਿਕਲ ਜਾ ਯਿਸੂ ਦੇ ਨਾਮ, ਆਊਟ, ਪੇਟ ਦੀ ਸਮੱਸਿਆ ਨਿਕਲ ਜਾ ਯਿਸੂ ਦੇ ਨਾਮ, ਆਦੇਸ਼ ਕਰਦਾ ਤੈਨੂੰ ਮੈਂ, ਨਿਕਲ ਇਹਦੇ ਵਿੱਚੋਂ, ਨਿਕਲ ਇਹਦੇ ਵਿੱਚੋਂ, ਉੱਕਾ ਬਹਿਰੇਪਨ ਵਾਲੀ ਗੰਦੀ ਆਤਮਾ ਯਿਸੂ ਦੇ ਸਾਮਰਥੀ ਨਾਮ, ਨਿਕਲ ਜਾ, ਛੱਡ ਦੇ ਇਹਦੀ ਬੋਡੀ ਨੂੰ,
ਛੱਡ ਦੇ ਦੀ ਬੋਡੀ ਨੂੰ ਆਮੀਨ। ਕੋਰਟ ਕਚਹਿਰੀਆਂ ਵਾਲੀ ਕੇਸ ਗੰਦੀ ਆਤਮਾ ਨਿਕਲ ਜਾਣ ਦੇ ਘਰ ਆਮੀਨ। ਗੁੰਗੇ ਬਹਿਰੇਪਨ ਵਾਲੀ ਆਤਮਾ ਨਿਕਲ ਜਾ ਆਮੀਨ। ਸੁਸਾਈਡ ਵਾਲੀ ਗੰਦੀ ਆਤਮਾ ਦੇ ਜੀਵਨ ਚ ਨਿਕਲ ਜਾ ਆਮੀਨ। ਕਰਜ਼ੇ ਵਾਲੀ ਗੰਦੀ ਆਤਮਾ ਨਿਕਲ ਜਾਣ ਦੇ ਘਰ ਆਮੀਨ। ਆਊਟ ਨਿਕਲ ਜਾ ਆਮੀਨ। ਨਿਕਲ ਜਾ ਯਿਸੂ ਦੇ ਨਾਮ ਆਮੀਨ। अनुग्रह परमेश्वर तेरा दात रस आवे ना दिखा आमीन। तेरी बरकत आवे प्रभु आमीन। अनुग्रह परमेश्वर जिन्हें निराश ने परेशान ने प्रभु कोई बड़ी समस्या चा बड़े थाने दे केस बच्चा पिता परमेश्वर कोई हॉस्पिटलों ਦੇ ਵਿੱਚ ਪਿਤਾ ਪਰਮੇਸ਼ਵਰ ਕੋਈ ਕਰੋਨਾ ਦਾ ਪੇਸ਼ੈਂਟ ਆ ਕੋਈ ਬਿਮਾਰੀ ਦੇ ਵਿੱਚ ਆ ਕੋਈ ਸਮੱਸਿਆ ਦੇ ਵਿੱਚ ਆ ਅਨੁਗ੍ਰਹ ਪਰਮੇਸ਼ਵਰ ਅੱਜ ਇਸ ਅਭਿਸ਼ੇਕ ਦੇ ਦੁਆਰਾ ਉਹ ਫ੍ਰੀ ਹੋ ਜਾਣ ਆਮੀਨ। ਤੇਰੀ ਦਇਆ ਕਿਰਪਾ ਸਭ ਦੇ ਉੱਤੇ ਹੋ ਆਮੀਨ। ਪਿਤਾ ਪਰਮੇਸ਼ਵਰ ਮੈਂ ਰਿਸੀਵ ਕਰਦਾ ਕਿ ਜਿਨ੍ਹਾਂ ਨੇ ਇਸ ਵੀਡੀਓ ਨੂੰ ਦੇਖਿਆ ਤੇਰੀ ਦਇਆ ਕਿਰਪਾ ਸਭ ਤੇ ਹੋ ਆਮੀਨ। ਯਿਸੂ ਦੇ ਨਾਮ ਚ ਆਮੀਨ।